ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਗੁਰੂ ਦੇ ਵਿੱਚ ਨਾਮ ਤੇ ਸੱਚ ਦੀ ਆਪਾਂ ਨੂੰ ਵਡਿਆਈ ਬਖਸ਼ੀ ਹੈ। ਮਹਾਰਾਜ ਨੇ ਸਾਨੂੰ ਇੱਕ ਖੇਲ ਸਮਝਾਇਆ ਹੈ, ਕਿਉਂਕਿ ਬਹੁਤੇ ਜੀਵਾਂ ਨੂੰ ਸੰਸਾਰ ਦੇ ਵਿੱਚ ਇਹ ਨਹੀਂ ਪਤਾ ਕਿ ਨਾਮ ਕਿਸ ਨੂੰ ਕਿਹਾ ਜਾਂਦਾ ਹੈ, ਵੀ ਨਾਮ ਕੀ ਹੈ। ਗੁਰਬਾਣੀ ਗੁਰੂ ਨੇ ਜਿਹੜਾ ਨਾਮ ਦਾ ਕਨਸੈਪਟ ਦੱਸਿਆ ਹੈ, ਉਹ ਨਾਮ ਸੂਖਮ ਰੂਪ ਦੇ ਵਿੱਚ ਇੱਕ ਧੁਨ ਹੈ, ਉਸ ਨੂੰ ਕਿਹਾ ਗਿਆ। ਵੈਸੇ ਤਾਂ ਨਾਮ ਦਾ, ਬ੍ਰਹਮ ਗਿਆਨ ਦਾ, ਪਵਨ ਦੇ ਖਜ਼ਾਨੇ ਦਾ ਬੋਹਿਤ ਜਿਹੜਾ ਹੈ, ਜਿਹੜੀ ਖਾਣ ਹੈ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ, ਜਿਹਦੇ ਵਿੱਚੋਂ ਇਹ ਸਾਰੀ ਖੇਲ, ਸਾਰੀ ਉਪਜ ਚੱਲਦੀ ਪਈ ਹੈ। ਪਰ ਉਸ ਨਾਮ ਨੂੰ ਪ੍ਰਗਟ ਕਰਨ ਦੇ ਲਈ ਸਾਨੂੰ ਫਿਰ ਸੱਚੇ ਪਾਤਸ਼ਾਹ ਨੇ ਅੱਖਰਾਂ ਦੇ ਵਿੱਚ ਨਾਮ ਦਿੱਤਾ ਹੈ, ਸਾਡੀ ਭਾਸ਼ਾ ਦੇ ਵਿੱਚ ਨਾਮ ਦਿੱਤਾ ਹੈ, ਜਿੰਦਾ ਜਾਪ ਜਪ ਕੇ ਆਪਾਂ ਅੰਤਰਗਤ ਸੂਖਮ ਨਾਮ ਨੂੰ ਪ੍ਰਗਟ ਕਰ ਸਕਦੇ ਹਾਂ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਆ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ। ਸਾਰਿਆਂ ਨੇ ਬੋਲਣਾ ਨਾਲ। ਹੁਣ ਇਹ ਅੱਖਰਾਂ ਦਾ ਨਾਮ ਸਾਨੂੰ ਮਹਾਰਾਜ ਨੇ ਬਖਸ਼ ਕੀਤਾ ਹੈ, ਤੇ ਅੱਖਰਾਂ ਦੇ ਨਾਮ ਦੁਆਰਾ ਅਸੀਂ ਉਦਮ ਕਰਨਾ ਹੈ। ਜਿਵੇਂ ਆ ਤੁਸੀਂ ਸਾਰੇ ਗੁਰਮੁਖ ਪਿਆਰੇ ਹੁਣ ਸ਼ਬਦ ਦਾ ਅਭਿਆਸ ਕਰ ਰਹੇ ਸੀ, ਗੁਰਮੰਤਰ ਦਾ ਅਭਿਆਸ ਕਰ ਰਹੇ ਸੀਗੇ, ਤੇ ਗੁਰਮੰਤਰ ਦੇ ਅਭਿਆਸ ਦੁਆਰਾ ਸਾਡੇ ਜਿਹੜਾ ਮਨ ਹੈ, ਇਹਨੂੰ ਅਸੀਂ ਇੱਕ ਪੁਆਇੰਟ ਤੇ ਇਕੱਠਾ ਕਰਨਾ ਹੁੰਦਾ ਹੈ। ਜਦੋਂ ਅਸੀਂ ਇਹਨੂੰ ਇੱਕ ਪੁਆਇੰਟ ਤੇ ਇਕੱਠਾ ਕਰ ਲੈਂਦੇ ਹਾਂ, ਜਦੋਂ ਆਪਾਂ ਮਨ ਨੂੰ ਇੱਕ ਚਿੱਤ ਕਰਨਾ ਸਿੱਖਦੇ ਹਾਂ, ਜਾਂ ਅਸੀਂ ਇਹ ਸਮਝ ਲਈਏ ਕਿ ਮਨ ਕਿਸ ਤਰ੍ਹਾਂ ਇੱਕ ਚਿੱਤ ਹੋਵੇਗਾ, ਤਾਂ ਫਿਰ ਗੁਰਬਾਣੀ ਗੁਰੂ ਦੇ ਵਿੱਚ ਜਿਹੜਾ ਹੈ, ਮਨ ਨੂੰ ਸੁਰਤ, ਮਤ, ਬੁੱਧ, ਇਹਨਾਂ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਗਿਆ। ਸੁਰਤ, ਮਤ, ਬੁੱਧ ਮਨ ਦੇ ਹੀ ਭਾਗ ਨੇ। ਜਦੋਂ ਅਸੀਂ ਸਾਰੇ ਰਲ ਕੇ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਵਾਹਿਗੁਰੂ ਸ਼ਬਦ ਦਾ, ਉਦੋਂ ਅਸੀਂ ਸੁਰਤੀ ਰੂਪ ਹੋ ਕੇ ਕਰਦੇ ਹਾਂ। ਅਸੀਂ ਅਭਿਆਸ ਕਰ ਰਹੇ ਹਾਂ, ਮੁੱਖੋਂ ਬੋਲ ਰਹੇ ਹਾਂ, ਆਪ ਦੀ ਆਵਾਜ਼ ਨੂੰ ਅਸੀਂ ਸੁਣ ਰਹੇ ਹਾਂ, ਉਹ ਅਸੀਂ ਸੁਰਤੀ ਰੂਪ ਵਿੱਚ ਕਰ ਰਹੇ ਹਾਂ। ਜਦੋਂ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਗਿਆਨ, ਬ੍ਰਹਮ ਦਾ ਗਿਆਨ, ਚਾਹੇ ਮਾਇਆ ਦਾ ਗਿਆਨ, ਉਹਨੂੰ ਆਪਾਂ ਸਰਵਣ ਕਰਦੇ ਹਾਂ, ਉਦੋਂ ਸਾਡਾ ਮਨ ਮਤ ਧਾਰਨ ਕਰਦਾ ਹੈ, ਮਤ ਰੂਪ ਹੋ ਕੇ ਕਰਦਾ। ਜਦੋਂ ਸਾਡਾ ਮਨ ਸੁਰਤੀ ਜਾਂ ਮਤ ਦੁਆਰਾ, ਭਾਵ ਕਿ ਆਪ ਦੇ ਗਿਆਨ ਦੁਆਰਾ ਜਾਂ ਆਪ ਦੀ ਸੁਰਤੀ ਦੁਆਰਾ ਵਿਚਰਦਾ ਹੈ, ਉਹਨੂੰ ਕਹਿੰਦੇ ਆ ਬੁੱਧ। ਜਿਹੜੀ ਗੁਰਮੁਖ ਦੀ ਬੁੱਧ ਹੈ, ਉਹ ਚੌਥੇ ਪਦ ਦੇ ਵਿੱਚ ਪ੍ਰਗਾਸ ਹੁੰਦੀ ਹੈ। ਜਿਹੜੀ ਮਨਮੁਖ ਦੀ ਬੁੱਧ ਹੈ, ਉਹ ਤ੍ਰੈਗੁਣਾ ਦੇ ਵਿੱਚ ਪ੍ਰਗਾਸ ਕਰਦੀ ਹੈ। ਜਿਹੜੀ ਚੌਥੇ ਪਦ ਦੇ ਵਿੱਚ ਬੁੱਧੀ ਪ੍ਰਗਾਸ ਕਰ ਗਈ, ਉਹਨੂੰ ਗੁਰਬਾਣੀ ਦੇ ਵਿੱਚ ਵਿਵੇਕ ਬੁੱਧ ਕਿਹਾ ਜਾਂਦਾ ਹੈ। ਜਿਹੜੀ ਤ੍ਰੈਗੁਣਾ ਦੇ ਵਿੱਚ ਬੁੱਧ ਰਹਿ ਜਾਂਦੀ ਹੈ, ਉਹਨੂੰ ਮਲੀਨ ਬੁੱਧ ਕਿਹਾ ਜਾਂਦਾ ਹੈ। ਸੋ ਇਸੇ ਤਰੀਕੇ ਫਿਰ ਇਹ ਜਿਹੜਾ ਸਾਡਾ ਮਨ ਹੈ, ਇਹ ਸੁਰਤੀ ਕਰਕੇ, ਮਤ ਕਰਕੇ, ਬੁੱਧ ਕਰਕੇ ਇਹ ਚੱਲਦਾ ਹੈ। ਤੇ ਜਦੋਂ ਇਹ ਸੁਰਤ, ਮਤ, ਬੁੱਧ ਦੇ ਸੁਮੇਲ ਨੂੰ ਇੱਕ ਕੀਤਾ ਜਾਂਦਾ ਹੈ, ਉਸ ਅਵਸਥਾ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਚਿੱਤ। ਕਿ ਚਿੱਤ ਕਿਸ ਤਰੀਕੇ ਦਾ ਹੈ। ਹੁਣ ਕੁਝ ਗੁਰਮੁਖਾਂ ਦਾ ਤਾਂ ਚਿੱਤ ਜਿਹੜਾ ਹੈ, ਉਹ ਕਿਰਪਾ ਹੋ ਗਈ ਉਹਨਾਂ ਤੇ, ਉਹਨਾਂ ਦੇ ਚਿੱਤ ਦਾ ਪ੍ਰਗਾਸ ਹੋ ਗਿਆ। ਉਹਨਾਂ ਦਾ ਚਿੱਤ ਜਿਹੜਾ ਹੈ, ਉਹ ਨਿਰੰਕਾਰ ਦੇ ਨਾਦ ਨਾਲ, ਨਿਰੰਕਾਰ ਦੀ ਉਸਤਤ ਦੇ ਨਾਲ, ਨਿਰੰਕਾਰ ਦੇ ਪ੍ਰਕਾਸ਼ ਦੇ ਨਾਲ, ਨਿਰੰਕਾਰ ਦੇ ਉਸ ਸੂਖਮ ਦੇਸ਼ ਦੇ ਨਾਲ ਜੁੜ ਚੁੱਕਿਆ। ਪਰ ਸੰਸਾਰ ਦਾ ਜਿਹੜਾ ਚਿੱਤ ਹੈ, ਤੇ ਉਹਦੇ ਬਾਰੇ ਮਹਾਰਾਜ ਕਹਿੰਦੇ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਨੀ। ਜਿਨ੍ਹਾਂ ਦਾ ਸੰਸਾਰ ਦਾ ਚਿੱਤ ਜਿਹੜਾ ਹੈ, ਉਹ ਮਾਇਆ ਨੇ ਹਿਰ ਲਿਆ, ਤੇ ਉਹਨਾਂ ਦਾ ਮੁੱਖ ਜਿਹੜਾ ਹੈ, ਉਹ ਐਸੇ ਸ਼ਬਦ, ਐਸੇ ਬਚਨ ਕਰਦਾ ਹੈ ਕਿ ਜਿਨ੍ਹਾਂ ਨੂੰ ਬਚਨਾਂ ਨੂੰ ਕਰਨ ਦੇ ਨਾਲ ਉਹਨਾਂ ਦੀ ਆਪ ਦੀ ਜੀਭਾ ਵੀ ਫਿੱਕੀ ਹੁੰਦੀ ਹੈ, ਆਪ ਦਾ ਮਨ ਤੇ ਤਨ ਵੀ ਫਿੱਕਾ ਹੁੰਦਾ ਹੈ, ਤੇ ਸੁਣਨ ਵਾਲਾ ਵੀ ਫਿੱਕੇ ਬਚਨ ਸੁਣਨ ਵਾਲਾ ਫਿੱਕਾ ਹੋ ਜਾਂਦਾ ਹੈ, ਫਿੱਕਾ ਮਹਿਸੂਸ ਕਰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਿਹਾ ਹੈ
ਜੇਕਰ ਤੁਸੀਂ ਆਪ ਦੀ ਸੁਰਤ ਮਤ ਤੇ ਬੁੱਧ ਨੂੰ ਪ੍ਰਵਾਨ ਕਰਵਾਉਣਾ ਚਾਹੁੰਦੇ ਹੋ ਤੇ ਗੁਰਮੰਤਰ ਦਾ ਅਭਿਆਸ ਕਰਕੇ, ਸ਼ਬਦਾਂ ਦਾ ਅਭਿਆਸ ਕਰਕੇ, ਸ਼ਬਦਾਂ ਦੇ ਬ੍ਰਹਮ ਗਿਆਨ ਦੇ ਬਚਨਾਂ ਨੂੰ ਸੁਣ ਕੇ ਦੁਨਿਆਵੀ ਤੌਰ ਤੇ ਉਹਨਾਂ ਨੂੰ ਆਪਦੇ ਮਨ ਦੇ ਵਿੱਚ ਵਸਾ ਕੇ ਤੇ ਜਿਹੜਾ ਤੁਹਾਡੇ ਅੰਦਰ ਸੂਖਮ ਘਰ ਹੈ ਉੱਥੋਂ ਤੱਕ ਆਪਦੇ ਮਨ ਨੂੰ ਲੈ ਜਾਓ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਇਹ ਆਪਾਂ ਨੂੰ ਸਰੀਰ ਰੂਪੀ ਘਰ ਬਣਾ ਕੇ ਦਿੱਤਾ ਹੈ, ਇਹ ਮਾਇਆ ਦੇ ਦੇਸ਼ ਦਾ ਪੋਰਸ਼ਨ ਹੈ। ਗੁਰਬਾਣੀ ਗੁਰੂ ਨੇ ਸਾਡੇ ਸਰੀਰ ਨੂੰ ਦੋ ਪੋਰਸ਼ਨਾਂ ਦੇ ਵਿੱਚ ਵੰਡਿਆ। ਇੱਕ ਪੋਰਸ਼ਨ ਜਿਹਦੇ ਵਿੱਚ ਅਸੀਂ ਦੁਨਿਆਵੀ ਜਿਹੜਾ ਦਿਨ ਹੁੰਦਾ ਹੈ, ਇਸ ਪੋਰਸ਼ਨ ਦੇ ਵਿੱਚ ਆ ਕੇ ਖੇਲਦੇ ਹਾਂ। ਆ ਮੈਂ ਬੋਲ ਰਿਹਾ, ਆ ਸਰੀਰ ਦਾ ਅਸੀਂ ਯੂਜ਼ੇਜ ਕਰਦੇ ਹਾਂ, ਤੁਸੀਂ ਸੁਣ ਰਹੇ ਹੋ, ਆਪਾਂ ਵੇਖਦੇ ਹਾਂ, ਸੁਣਦੇ ਹਾਂ, ਇੱਥੇ ਵਿਚਰਦੇ ਹਾਂ। ਇਹਨੂੰ ਦੁਨਿਆਵੀ ਪੋਰਸ਼ਨ, ਮਾਇਆ ਦਾ ਪੋਰਸ਼ਨ ਕਿਹਾ। ਦੂਜਾ ਪੋਰਸ਼ਨ ਜਿਹੜਾ ਸੈਕੰਡ ਪੋਰਸ਼ਨ ਹੈ ਗੁਰਬਾਣੀ ਗੁਰੂ ਦੇ ਵਿੱਚ, ਜਦੋਂ ਇੱਥੇ ਦੁਨਿਆਵੀ ਤੌਰ ਤੇ ਰਾਤ ਹੋ ਜਾਂਦੀ ਆ, ਜਦੋਂ ਇੱਥੇ ਦੁਨਿਆਵੀ ਰਾਤ ਹੋ ਜਾਂਦੀ ਹੈ, ਭਾਵ ਕਿ ਜਿਹਨੂੰ ਅਸੀਂ ਇੱਥੇ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਜੀ ਸੌਂ ਗਏ ਹਾਂ, ਜਿੱਥੇ ਅਸੀਂ ਸੌਂ ਕੇ ਚਲੇ ਜਾਂਦੇ ਹਾਂ ਉਹ ਸੈਕੰਡ ਪੋਰਸ਼ਨ ਹੈ, ਜਿਹਦੇ ਵਿੱਚ ਅਸੀਂ ਰਾਤ ਨੂੰ ਖੇਲਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਗੁਰਬਾਣੀ ਵਿੱਚ ਦਿਵਸ ਰਾਤ ਦੋਏ ਖੇਲੈ ਸਗਲ ਜਗਤ। ਦਿਨ ਤੇ ਰਾਤ ਦੀ ਦਾਈ ਤੇ ਦਾਇਆ ਨੇ। ਦਾਈ ਹੁੰਦੀ ਹੈ ਜਿਹੜੀ ਇਸਤਰੀ ਬੱਚੇ ਨੂੰ ਜਨਮ ਤੋਂ ਸੰਭਾਲਦੀ ਹੈ, ਪਾਲਦੀ ਹੈ, ਤੇ ਦਾਇਆ ਕਿਹਾ ਜਾਂਦਾ ਹੈ ਜਿਹੜਾ ਉਹਦਾ ਮੇਲ ਹੁੰਦਾ ਹੈ, ਜਿਹੜਾ ਉਹਦਾ ਘਰ ਵਾਲਾ ਹੈ। ਉਹ ਪਹਿਲਾਂ ਸੰਭਾਲਦੇ ਹੁੰਦੇ ਸੀਗੇ ਸਾਰਾ। ਜਿਵੇਂ ਅੱਜ ਅਸੀਂ ਫੋਰਨ ਦੇ ਵਿੱਚ ਦੇਖਦੇ ਹਾਂ, ਛੋਟੇ ਬੱਚਿਆਂ ਦੇ ਲਈ ਉਹਨਾਂ ਨੇ ਜਿਹੜੀਆਂ ਹੈਗੀਆਂ ਨੇ ਕਿਡਜ਼ੀ ਬਣਾਈਆਂ ਹੋਈਆਂ ਨੇ, ਜਾਂ ਉਹਨਾਂ ਨੂੰ ਸੰਭਾਲਦੇ ਆ, ਨਰਸਰੀ ਵੀ ਕਹਿ ਦਿੰਦੇ ਆ, ਜਾਂ ਅਲੱਗ-ਅਲੱਗ ਤਰੀਕਿਆਂ ਨਾਲ ਆਪਾਂ ਸੁਣਦੇ ਹਾਂ ਕਿ ਜਿਹੜੇ ਮਾਤਾ ਪਿਤਾ ਆਪਦੇ ਬੱਚਿਆਂ ਨੂੰ ਖੁਦ ਨਹੀਂ ਸੰਭਾਲ ਸਕਦੇ, ਉਹ ਬੱਚਿਆਂ ਨੂੰ ਉੱਥੇ ਆਇਆ ਦੇ ਕੋਲ ਛੱਡ ਆਉਂਦੇ ਨੇ। ਇਸ ਤਰੀਕੇ ਜਦੋਂ ਦਿਨ ਦੇ ਸਮੇਂ ਅਸੀਂ ਇਸ ਪੰਜਾਂ ਤੱਤਾਂ ਦੇ ਪੌਣ, ਪਾਣੀ, ਅਗਨੀ, ਧਰਤੀ, ਆਕਾਸ਼ ਦੇ ਪੋਰਸ਼ਨ ਦੇ ਵਿੱਚ ਸਾਡਾ ਸੂਖਮ ਮਨ ਆ ਕੇ ਵਿਜ਼ਿਟ ਕਰਦਾ ਹੈ, ਖੇਡਦਾ ਹੈ, ਉਸ ਵਕਤ ਅਸੀਂ ਮਾਇਆ ਦੇ ਗਰਭ ਦੇ ਵਿੱਚ ਖੇਡਦੇ ਹਾਂ, ਭੌਣ ਦੇ ਵਿੱਚ ਖੇਡਦੇ ਹਾਂ। ਇੱਥੇ ਮੁਖੀ ਭੌਣ ਹੋ ਕੇ ਚੱਲ ਪੈਂਦਾ ਹੈ ਔਰ ਸ਼ਬਦ ਜਿਹੜਾ ਹੈ ਉਹ ਪਿੱਛੇ ਸਹਾਰਾ ਦਿੰਦਾ ਹੈ, ਟੇਕ ਦਿੰਦਾ ਹੈ। ਇਸ ਚੀਜ਼ ਨੂੰ ਸਮਝੋ। ਜਦੋਂ ਤੁਸੀਂ ਇਸ ਸਰੀਰ ਦੇ ਪਾਉਣ ਵਾਲੇ ਪੋਰਸ਼ਨ, ਆ ਜਿਹੜਾ ਤੁਸੀਂ ਮਾਸ ਵਾਲਾ, ਇਹਦੇ ਵਿੱਚ ਜਦੋਂ ਸਾਡਾ ਆ ਕੇ ਮਨ ਖੇਡਦਾ ਹੈ, ਇੱਥੇ ਕੌਣ ਮੁਖੀ ਹੁੰਦੀ ਹੈ ਜੀ? ਇਸ ਸਰੀਰ ਵਿੱਚ ਜਦੋਂ ਅਸੀਂ ਖੇਡਦੇ ਹਾਂ ਕੌਣ ਮੁਖੀ ਹੁੰਦਾ ਹੈ? ਮਨ ਤਾਂ ਖੇਲਣ ਆਇਆ ਨਾ ਜੀ। ਮੈਂ ਹੁਣੇ ਦੱਸਿਆ, ਤੁਹਾਡੇ ਹਾਜ਼ਰੀ ਚਾਹੀਦੀ ਹੈ ਇੱਥੇ। ਬਿਲਕੁਲ ਇੱਥੇ ਪਾਉਣ ਮੁਖੀ ਹੁੰਦੀ ਹੈ। ਜਦੋਂ ਅਸੀਂ ਇਸ ਸਰੀਰ ਦੇ ਵਿੱਚ ਖੇਡਦੇ ਹਾਂ ਕੌਣ ਮੁਖੀ ਹੁੰਦਾ ਜੀ? ਸਾਡਾ ਪਾਉਣ ਮੁਖੀ ਹੁੰਦੀ ਹੈ। ਪਾਉਣ ਦਾ ਅਸੀਂ ਯੂਜ਼ੇਜ ਕਰਦੇ ਹਾਂ, ਸਾਡਾ ਮਨ ਪਾਉਣ ਦਾ ਇਸਤੇਮਾਲ ਕਰਦਾ ਹੈ, ਸਵਾਸਾਂ ਦਾ ਇਸਤੇਮਾਲ ਕਰਦਾ ਤੇ ਇੱਥੇ ਖੇਡਦਾ ਹੈ। ਤੇ ਜਿਹੜਾ ਸ਼ਬਦ ਹੈ ਸੂਖਮ ਧੁਨ, ਚਾਹੇ ਕਿਸੇ ਨੂੰ ਸੁਣਦੀ ਹੈ ਤੇ ਚਾਹੇ ਕਿਸੇ ਨੂੰ ਨਹੀਂ ਸੁਣਦੀ, ਉਹ ਕਿੱਥੇ, ਉਹ ਬੈਕ ਦੇ ਵਿੱਚ ਥੰਮਾ ਦਿੰਦਾ ਹੈ, ਉਹ ਬੈਕ ਹੋ ਜਾਂਦਾ ਹੈ, ਉਹਨੂੰ ਪਤਾ ਨਹੀਂ ਲੱਗਦਾ। ਜਦੋਂ ਇਸ ਪੋਰਸ਼ਨ ਦੇ ਵਿੱਚ ਆ ਕੇ ਸਾਡਾ ਮਨ ਖੇਡਦਾ ਹੈ, ਉਦੋਂ ਪਾਉਣ ਮੁਖੀ ਹੋ ਜਾਂਦੀ ਹੈ ਤੇ ਸ਼ਬਦ ਪਿੱਛੇ ਹਟ ਜਾਂਦਾ ਹੈ, ਪਿੱਛੋਂ ਸਹਾਰਾ ਦਿੰਦਾ ਹੈ। ਤੇ ਜਦੋਂ ਅਸੀਂ ਰਾਤ ਨੂੰ ਸੂਖਮ ਦੇ ਵਿੱਚ, ਜਿਹਨੂੰ ਨੀਂਦ ਦੇ ਵਿੱਚ ਕਹਿੰਦੇ ਆ, ਨੀਂਦ ਵਾਲੇ ਪੁਰਸ਼ਨ ਦੇ ਵਿੱਚ ਸਾਡਾ ਮਨ ਚਲਾ ਜਾਂਦਾ ਹੈ, ਉੱਥੇ ਕੌਣ ਮੁਖੀ ਹੁੰਦਾ ਜੀ? ਫਿਰ ਸਾਡਾ ਉੱਥੇ ਸ਼ਬਦ ਸੂਖਮ ਤੇ ਪਾਉਣ ਨੀਚੇ ਥੰਮਾ ਦਿੰਦੀ ਆ। ਇਸ ਤਰ੍ਹਾਂ ਇਹ ਦੋ ਖੇਡ ਨੇ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਪਏ ਹਾਂ, ਇੱਥੇ ਸਾਨੂੰ ਵਾਹਿਗੁਰੂ ਗੁਰਮੰਤਰ ਦੀ ਵੀ ਲੋੜ ਹੈ, ਗੁਰਬਾਣੀ ਗੁਰੂ ਦੇ ਬਚਨਾਂ ਨੂੰ ਪੜ੍ਹਨ ਦੀ ਵੀ ਲੋੜ ਹੈ, ਸੰਤਾਂ ਮਹਾਂਪੁਰਸ਼ਾਂ ਦੀ ਵੀ ਲੋੜ ਹੈ। ਇੱਥੇ ਸਾਨੂੰ ਪਾਉਣ ਦੇ ਵਿੱਚ ਜਿਹੜੀ ਭਾਸ਼ਾ ਹੈ, ਜਿਹੜਾ ਉਹਦਾ ਗਿਆਨ ਦਿੱਤਾ ਗਿਆ, ਉਹਦੀ ਆਪਾਂ ਨੂੰ ਲੋੜ ਹੈ। ਵਾਹਿਗੁਰੂ ਬੋਲਣਾ ਪਏਗਾ, ਕਰਨਾ ਪਏਗਾ, ਸਾਰਾ ਕੁਝ ਇੱਧਰ ਵਿਚਰਨਾ ਪਏਗਾ, ਗਿਆਨ ਦੁਆਰਾ ਵਿਚਰਨਾ ਪਏਗਾ। ਤੇ ਜਦੋਂ ਅਸੀਂ ਰਾਤ ਨੂੰ ਇਸ ਸਰੀਰ ਨੂੰ ਛੱਡ ਜਾਂਦੇ ਹਾਂ ਤੇ ਫਿਰ ਸਾਨੂੰ ਸੂਖਮ ਨਾਮ, ਜਿਹਨੂੰ ਜਿਹੜਾ ਸਾਡਾ ਅਸਲੀ ਘਰ ਹੈ, ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਕਿਹਾ ਹੋਇਆ ਆ, ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ, ਜਮ ਮਗ ਦੁਖ ਪਾਵੈ ਚੋਟਾ ਖਾਵੈ, ਅੰਤ ਗਿਆ ਪਛਤਾਇਆ, ਬਿਨ ਨਾਵੇਂ ਕੋ ਬੇਲੀ ਨਾਹੀ, ਪੁੱਤ ਕਟੰਬ
ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ। ਹੁਣ ਜੇ ਤਾਂ ਇੱਥੋਂ ਵਾਲੇ ਮਾਰਗ ਸਾਨੂੰ ਪਤਾ ਨੇ, ਬਹੁਤੇ ਜੀਵ ਨੇ ਜਿਹੜੇ ਉਹ ਗਿਆਨ ਲੈ ਕੇ ਇੱਥੇ ਵਿਚਰਨਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਇੱਧਰ ਦਾ ਗਿਆਨ ਵੀ ਪਤਾ ਹੁੰਦਾ ਹੈ, ਵਿਆਕਰਨ ਦੁਆਰਾ ਵੀ ਉਹਨਾਂ ਨੂੰ ਗਿਆਨ ਪਤਾ ਲੱਗ ਜਾਂਦਾ ਹੈ, ਟੀਕੇ ਦੁਆਰਾ ਵੀ ਉਹਨਾਂ ਨੂੰ ਗਿਆਨ ਪਤਾ ਲੱਗ ਜਾਂਦਾ ਹੈ, ਸ਼ਬਦ ਦਾ ਅਭਿਆਸ ਵੀ ਸ਼ੁਰੂ ਕਰ ਦਿੰਦੇ ਨੇ। ਇੱਧਰ ਤਾਂ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਤੋਗੁਣ ਦੇ ਆਧਾਰ ਤੇ ਹੋ ਜਾਂਦਾ ਹੈ। ਪਰ ਜਦੋਂ ਸੂਖਮ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਨੂੰ ਭੇਦ ਨਹੀਂ ਹੈਗਾ ਵੀ ਜਿਸ ਘਰ ਦੇ ਵਿੱਚੋਂ ਅਸੀਂ ਆਏ ਹਾਂ, ਜਿਸ ਘਰ ਦੇ ਵਿੱਚ ਅਸੀਂ ਵਾਪਸ ਜਾਣਾ ਹੈ, ਜਾਂ ਉਹ ਕਿਹੜਾ ਮਾਰਗ ਹੈ, ਕਿਹੜੇ ਰਸਤੇ ਜਾਣਾ ਹੈ, ਜਾਂ ਕਿਵੇਂ ਅਸੀਂ ਇਸ ਸਰੀਰ ਨੂੰ ਛੱਡ ਕੇ ਸੂਖਮ ਦੇ ਵਿੱਚ ਚਲੇ ਜਾਣਾ। ਜਦੋਂ ਆਪਾਂ ਛੋਟੇ ਬੱਚੇ ਤੋਂ ਦੇਖੀਏ ਤੇ ਛੋਟਾ ਬੱਚਾ ਇੱਕ ਆਪਾਂ ਦੇਖਦੇ ਹਾਂ ਵੀ ਜਦੋਂ ਅਸੀਂ ਸੰਸਾਰ ਦੇ ਵਿੱਚ ਇੱਧਰ ਪ੍ਰਵੇਸ਼ ਹੋਣਾ ਹੈ, ਉਦੋਂ ਸਾਡਾ ਧਿਆਨ ਜਿਹੜਾ ਹੈ, ਸਾਡੀ ਸੁਰਤੀ ਜਿਹੜੀ ਹੈ ਉਹ ਅੱਖਾਂ ਤੋਂ ਚੱਲਦੀ ਹੈ। ਅਸੀਂ ਅੱਖਾਂ ਖੋਲ੍ਹ ਕੇ ਜਦੋਂ ਸਾਡਾ ਮਨ ਸਰੀਰ ਦੇ ਵਿੱਚ ਜਦੋਂ ਪ੍ਰਵੇਸ਼ ਹੁੰਦਾ ਹੈ ਤੇ ਉਹ ਸਭ ਤੋਂ ਪਹਿਲਾਂ ਆ ਕੇ ਇਹਨਾਂ ਨੇਤਰਾਂ ਦੇ ਸੈਂਟਰ ਵਿੱਚ ਬੈਠਦਾ ਹੈ। ਜਦੋਂ ਅਸੀਂ ਅੱਖਾਂ ਖੋਲ੍ਹਦੇ ਹਾਂ, ਅੱਖਾਂ ਖੋਲ੍ਹਣ ਤੇ ਸਾਡਾ ਮਨ ਨੇਤਰਾਂ ਦੇ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦਾ ਹੈ, ਜਿਹਨੂੰ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ। ਇਹ ਨੇਤਰਾਂ ਦੀ ਜੋਤ ਦੇ ਵਿੱਚ ਆ ਕੇ ਮਨ ਸੂਖਮ ਰੂਪ ਸੁਰਤੀ ਰੂਪ ਹੋ ਕੇ ਬੈਠਦਾ ਹੈ। ਇਸ ਤੋਂ ਬਾਅਦ ਫਿਰ ਜਿਹੜਾ ਅਸੀਂ ਵਿਚਰਨਾ ਸ਼ੁਰੂ ਕਰਦੇ ਹਾਂ, ਸਾਡੀਆਂ ਜਦੋਂ ਨੇਤਰਾਂ 'ਚ ਮਨ ਪ੍ਰਵੇਸ਼ ਹੋ ਗਿਆ, ਹੌਲੀ ਹੌਲੀ ਸਾਰੀ ਸੁਰਤੀ ਇਹਨਾਂ ਰੋਮਾਂ ਦੇ ਵਿੱਚ ਪ੍ਰਵੇਸ਼ ਹੋ ਜਾਂਦੀ ਹੈ ਤੇ ਫਿਰ ਜਿਹੜਾ ਸਾਡੇ ਇਸ ਸਰੀਰ ਦੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਇੱਧਰ ਦੀ ਸੋਚ ਚੱਲ ਪੈਂਦੀ ਹੈ, ਪਾਉਣ ਮੁਖੀ ਹੋ ਕੇ ਚੱਲ ਪੈਂਦੀ ਹੈ। ਜਦੋਂ ਆਪਾਂ ਛੋਟੇ ਬੱਚੇ ਤੋਂ ਦੇਖੀਏ ਉਧਰ ਜਾਣਾ ਹੈ ਤਾਂ ਇਸ ਸਰੀਰ ਨੂੰ ਰਿਲੈਕਸ ਕਰਦੇ ਜਾਓ, ਆਪ ਦੇ ਵਿਚਾਰ ਤੁਸੀਂ ਰੋਕਦੇ ਜਾਓ, ਸ਼ਬਦ ਦੇ ਅਭਿਆਸ ਦੁਆਰਾ ਤੁਸੀਂ ਜਦੋਂ ਸਹਿਜ ਸਹਿਜ ਜਦੋਂ ਅਸੀਂ ਧੁਨ ਦੇ ਵਿੱਚ ਧਿਆਨ ਲਗਾਇਆ, ਧੁਨ ਦੇ ਵਿੱਚ ਧਿਆਨ ਲਗਾਉਣ ਦੇ ਨਾਲ ਸਹਿਜ ਸਹਿਜ ਹੌਲੀ 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 ਤੁਸੀਂ ਆਪਦੇ ਮਨ ਦੇ ਵਿਚਾਰਾਂ ਨੂੰ ਰੋਕਦੇ ਜਾਓ, ਪੌਣ ਜਿਹੜੀ ਹੈ ਸਮ ਹੁੰਦੀ ਜਾਏਗੀ, ਸਰੀਰ ਜਿਹੜਾ ਰਿਲੈਕਸ ਹੁੰਦਾ ਜਾਏਗਾ ਤੇ ਇੱਕਦਮ ਤੁਹਾਡਾ ਜਿਹੜਾ ਹੈ ਜਦੋਂ ਪੂਰਨ ਤੌਰ ਤੇ ਤੁਸੀਂ ਪੌਣ ਨੂੰ ਸਮ ਕਰ ਲਿਆ ਤੇ ਤੁਹਾਡਾ ਮਨ ਜਿਹੜਾ ਹੈ ਉਹਦਾ ਧਿਆਨ ਜਿਵੇਂ ਹੀ ਸਾਹਮਣੇ ਸੁਣ ਦੇ ਵਿੱਚ ਪ੍ਰਪੱਖ ਹੋਏਗਾ, ਉਹ ਇਸ ਪੋਰਸ਼ਨ ਦੇ ਵਿੱਚੋਂ ਨਿਕਲੇਗਾ, ਸੂਖਮ ਦੇ ਵਿੱਚ ਚਲਾ ਜਾਏਗਾ। ਇੱਧਰੋਂ ਕਹਿਣਗੇ ਕਿ ਘਰਾੜਾ ਵੱਜ ਗਿਆ ਜੀ, ਨੀਂਦ ਆ ਗਈ ਜੀ, ਇਹ ਸੌਂ ਗਿਆ ਜੀ। ਇੱਧਰੋਂ ਸੌਂ ਗਿਆ ਤੇ ਕਿੱਥੇ ਜਾ ਕੇ ਜਾਗਿਆ ਜੀ? ਉਹ ਸੂਖਮ ਦੇ ਵਿੱਚ। ਕਿਹੜੇ ਦੇਸ਼ ਦੇ ਵਿੱਚ ਜਾ ਕੇ ਜਾਗਿਆ? ਪਰਲੋਕ ਦੇ ਵਿੱਚ ਜਾ ਕੇ ਜਾਗਿਆ। ਹੁਣ ਜੇ ਤਾਂ ਉੱਥੋਂ ਅਗਲਾ ਸਾਨੂੰ ਰਸਤਾ ਪਤਾ ਹੈ ਵੀ ਅਗਾਂਹ, ਹੁਣ ਜੇ ਅਗਾਂਹ ਨਾਮ ਦੀ ਧੁਨ ਚੱਲਦੀ ਪਈ ਹੈ, ਜਿਵੇਂ ਇੱਧਰ ਅਸੀਂ ਗੁਰਮੰਤਰ ਦਾ ਅਭਿਆਸ ਕੀਤਾ, ਇੱਧਰ ਅਸੀਂ ਨਾਮ ਦੇ ਨਿਧਾਨ ਨੂੰ ਜਪਿਆ, ਗਿਆਨ ਕੀਤਾ, ਜੇ ਤਾਂ ਹੁਣ ਅਗਲਾ ਰਸਤਾ ਪਤਾ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਜਿਹੜਾ ਅਗਲੇ ਦਾ ਜਿਹੜਾ ਰਸਤਾ ਨਹੀਂ ਪਤਾ ਤੇ ਫਿਰ ਉੱਥੇ ਹਨੇਰਾ ਹੋ ਜਾਂਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਜਿਹੇ ਮਾਰਗ ਕੇ ਗਨੇ ਜਾਏ ਨਾ ਕੋਸਾ, ਮਨ ਉਹਾਂ ਹਰ ਕਾ ਨਾਮ ਸੰਗ ਤੋਸਾ, ਜਹਾਂ ਪੰਥ ਤੇਰਾ ਕੋਈ ਨਾ ਪਛਾਣੂ। ਉੱਥੇ ਫਿਰ ਅਗਾਂ ਸੂਖਮ ਦੇ ਵਿੱਚ ਜੈ ਪੈਂਡੇ ਮਹਾ ਅੰਧ ਗੁਬਾਰਾ ਤੈ ਹਰ ਕਾ ਨਾਮ ਸੰਗ ਜਿਆਰਾ। ਸੋ ਮਤਲਬ ਕਿ ਜਿੱਥੇ ਅੰਧ ਗੁਬਾਰ ਹੋ ਜਾਂਦਾ ਹੈ, ਜਿੱਥੇ ਤੇਰਾ ਕੋਈ ਪੰਥ ਨਹੀਂ ਪਛਾਣਦਾ, ਜਿੱਥੇ ਕੋਈ ਕਿਸੇ ਵੀ ਤਰੀਕੇ ਨਹੀਂ ਕਰਦਾ, ਉੱਥੇ ਫਿਰ ਸੂਖਮ ਆਪਾਂ ਇੱਧਰ ਸੰਸਾਰ ਦੇ ਵਿੱਚ ਤਾਂ ਮਿਹਨਤ ਨਹੀਂ ਕੀਤੀ, ਉੱਥੇ ਸਿੱਧਾ ਨਹੀਂ ਨਾਮ ਪ੍ਰਗਟ ਹੁੰਦਾ। ਵੀ ਜੇ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਮਿਹਨਤ ਕੀਤੀ ਹੋਵੇਗੀ, ਇੱਧਰ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਜਿਹੜੀ ਜੀਵਨ ਦੀ ਬਾਜੀ ਆਪਾਂ ਨੂੰ ਦਿੱਤੀ ਹੈ, ਇਸੇ ਕਰਕੇ ਦਿੱਤੀ ਹੈ ਵੀ ਇੱਧਰ ਆ ਕੇ ਤੁਸੀਂ ਮਿਹਨਤ ਕਰੋ। ਇਨਸਾਨ ਜਾਮੇ ਦੇ ਵਿੱਚ ਆ ਕੇ ਮਿਹਨਤ ਹੋ ਸਕਦੀ ਹੈ। ਮਿਹਨਤ ਕਰੋ, ਇੱਧਰ ਨਾਮ ਨਿਧਾਨ ਤੱਕ ਪਹੁੰਚੋ, ਨਾਮ ਦੇ ਵਿੱਚ ਸਮਾਓ, ਨਾਮ ਦੇ ਵਿੱਚ ਸਮਾਓ ਕੇ ਤੇ ਫਿਰ ਉਸ ਤੋਂ ਬਾਅਦ ਅੱਗੇ ਦੀ ਅੱਗੇ ਜਿੰਨੀ ਅਵਸਥਾ ਤੁਹਾਡੀ ਇਸ ਜਾਮੇ ਦੇ ਵਿੱਚ ਹੋਵੇਗੀ, ਜਿੰਨਾ ਭਾਵ ਕਿ ਤੁਸੀਂ ਧਰਤੀ ਤੇ ਜਦੋਂ ਤੁਹਾਡਾ ਇੱਧਰਲੇ ਪੋਰਸ਼ਨ ਦੇ ਵਿੱਚ ਸੰਪਰਕ ਕਰਦੇ ਹੋ, ਜਿੰਨੀ ਅਵਸਥਾ ਤੁਹਾਡੀ ਇੱਧਰ ਹੋਵੇਗੀ, ਉਹ ਸਹਿਜ ਸੁਭਾਅ ਆਦਤ ਨੂੰ ਤੁਹਾਨੂੰ ਲਾਹਾ ਦੇਵੇਗੀ। ਜੇ ਇੱਧਰ ਤੁਸੀਂ ਨਾਮ ਹੀ ਨਹੀਂ ਪ੍ਰਗਟ ਕੀਤਾ, ਇੱਧਰ ਨਿਧਾਨ ਤੁਹਾਡੇ ਅੰਦਰ ਚੱਲਿਆ ਨਹੀਂ, ਅੰਦਰ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਗੁਰਮੁਖ ਮਿਲ ਰਹੀ ਹੈ ਘਰ ਵਾਜੈ ਸ਼ਬਦ ਕਨੇਰੇ ਰਾਮ। ਕਹਿੰਦੇ ਜਦੋਂ ਗੁਰਮੁਖਾਂ ਦੇ ਨਾਲ ਤੁਸੀਂ ਮਿਲ ਕੇ ਚੱਲੋਗੇ, ਸੰਗਤ ਕਰੋਗੇ, ਤੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕਨੇਰੇ ਸ਼ਬਦ ਵੱਜਦੇ ਪਏ ਆ। ਮਹਾਰਾਜ ਗੁਰਬਾਣੀ 'ਚ ਕਹਿੰਦੇ
आवो संत जनो गुण गावै गोविंद केरे राम। गुरमुखे मिल रही है घर वाजै शब्द कनेरे राम। शब्द कनेरे हर प्रभ तेरे तू करता सब थाई। अहनस जपी सदा सलाही साच शब्द लिव लाई। हुण शब्द कनेरे अंदर वजदे पए आ। सच्चा शब्द भी अंदर चलता पिया, कनेरे शब्द भी अंदर चलते आ, अनहद बाणी भी चलती पई है, अनहत बाणी भी चलती पई है, सच्चा शब्द भी चलता पिया, अनहद रूप दे विच भी चलता पिया। जे इत्थे मेहनत कीती है ਤਾਂ ਜਿਵੇਂ ਹੀ ਅਸੀਂ ਰਾਤ ਨੂੰ ਆਪ ਦਾ ਜੋ ਤੁਸੀਂ ਲੋਕ ਦੇ ਵਿੱਚ ਧਰਤੀ ਵਿੱਚ ਰਹਿੰਦੇ ਆ, 9 ਦੁਆਰਿਆਂ ਦੇ ਵਿੱਚ ਰਹਿੰਦੇ ਆ, ਮਿਹਨਤ ਕੀਤੀ, ਸ਼ਬਦ ਦਾ ਅਭਿਆਸ ਕੀਤਾ ਹੈ, ਜਿਵੇਂ ਹੀ ਤੁਸੀਂ ਇਸ ਸਰੀਰ ਨੂੰ ਸੂਖਮ ਰੂਪ ਦੇ ਵਿੱਚ ਇਹਨੂੰ ਛੱਡ ਕੇ ਤੇ ਉਧਰ ਜਾਓਗੇ ਤੇ ਉਹਦਾ ਲਾਹ ਕਿੱਥੇ ਮਿਲੇਗਾ ਜੀ? ਉਸ ਦੇਸ਼ ਦੇ ਵਿੱਚ। ਠੀਕ ਹੈ ਜੀ। ਤੇ ਜੇ ਆਪਾਂ ਇੱਧਰ ਮਿਹਨਤ ਨਹੀਂ ਕਰਦੇ, ਇੱਕ ਚਿੱਤ ਹੋ ਕੇ ਅਸੀਂ ਵਿਚਾਰਾਂ ਦੇ ਵਿੱਚ ਚੱਲਦੇ ਹਾਂ, ਤੇ ਫਿਰ ਮਹਾਰਾਜ ਕੀ ਕਹਿੰਦੇ? ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ? ਅੱਗੇ ਭੁੱਖਾ ਜਾਏਗਾ, ਅੱਗੇ ਨਾ ਤਾਂ ਚਾਨਣ ਹੋਣਾ। ਜਦੋਂ ਹੁਣ ਰਾਤ ਨੂੰ ਦੇਹੀ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ, ਕਿੰਨੇ ਕੁ ਗੁਰਮੁਖਾਂ ਤੁਹਾਡੇ ਵਿੱਚ ਬੈਠੇ ਆ ਜਿਹੜੇ ਸਾਰੇ, ਦੱਸੋ ਕਿੰਨਿਆਂ ਕੁ ਨੂੰ ਚਾਨਣ ਹੁੰਦਾ ਜੀ ਰਾਤ ਨੂੰ? ਕਿੰਨਿਆਂ ਕੁ ਨੂੰ ਧੁੰਦ ਦਾ ਅਨੁਭਵ ਹੁੰਦਾ ਹੈ? ਇਸੇ ਤਰੀਕੇ ਜਿਵੇਂ ਆਪਣੀ ਇੱਥੇ ਸਭਾ ਬੈਠੀ ਆ ਗੁਰਮੁਖ ਕੁਛ ਫੋਨ ਤੋਂ ਜੁੜੇ ਹੋਏ ਆ, ਤੁਸੀਂ ਸਾਰੇ ਬੈਠੇ ਹੋਏ ਆ, ਤੇ ਇਸੇ ਤਰੀਕੇ ਸਾਡੀ ਸੂਖਮ 'ਚ ਵੀ ਸਭਾ ਲੱਗਦੀ ਹੈ। ਕਿੰਨਿਆਂ ਕੁ ਨੂੰ ਤੁਹਾਨੂੰ ਪਤਾ ਹੈ ਜੀ ਉੱਥੇ ਸਭਾ ਲੱਗਦੀ ਹੈ? ਹਾਂਜੀ, ਕੁਛ ਗੁਰਮੁਖ ਵਿਰਲੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਪਤਾ ਹੈ ਅਗਾਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕਿਸ ਚਰਚ ਸਭਾ। ਕਿਉਂਕਿ ਜੇ ਇੱਧਰ ਪ੍ਰੈਕਟੀਕਲ ਕੀਤਾ ਹੈ ਤਾਂ ਉੱਧਰ ਦਾ ਸਾਰਾ ਗਿਆਨ ਹੋਵੇਗਾ। ਕਈ ਵਾਰ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਕੱਲਾ ਇੱਥੇ ਕੱਲਾ ਸਿਮਰਨ ਕਰੀ ਜਾਣ, ਕੱਲਾ ਅਸੀਂ ਇੱਥੇ ਗਿਆਨ ਤੱਕ ਸੀਮਤ ਰਹਿਣਾ, ਕੱਲਾ ਇੱਕ ਵਿਗਿਆਨੀ ਬਣ ਕੇ ਰਹਿਣਾ, ਇੰਨਾ ਹੀ ਨਹੀਂ। ਸਿਮਰਨ ਗਿਆਨ ਕਰਕੇ ਤੁਸੀਂ ਇੱਧਰ ਪ੍ਰੈਕਟੀਕਲ ਵੀ ਕਰੋ, ਕਿਉਂਕਿ ਜੇ ਇੱਧਰ ਤੁਸੀਂ ਸਿਮਰਨ ਕਰਦੇ ਪਿਓ ਉਹਦਾ ਲਾਹਾ ਵੀ ਮਿਲੇਗਾ, ਇੱਧਰ ਪ੍ਰੈਕਟੀਕਲ ਕਰਦੇ ਪਿਓ ਉਹਦਾ ਲਾਹਾ ਵੀ ਮਿਲੇਗਾ। ਪਰ ਉਹ ਇਹ ਮਿਲ ਜਾਏਗਾ ਵੀ ਜਦੋਂ ਤੁਹਾਨੂੰ ਇੱਥੋਂ ਤੁਸੀਂ ਸਰੀਰ ਛੱਡ ਕੇ ਜਾਓਗੇ ਤੇ ਫਿਰ ਦੁਬਾਰਾ ਤੁਹਾਨੂੰ ਇੱਥੇ ਇੱਕ ਵਧੀਆ ਗੁਰਮੁਖ ਦੇ ਰੂਪ ਦੇ ਵਿੱਚ, ਜਿੱਥੇ ਕੋਈ ਸੰਗਤ, ਜਿੱਥੇ ਕੋਈ ਸੰਤ ਮਹਾਂਪੁਰਸ਼ ਹੋਣ, ਉਸ ਏਰੀਏ ਦੇ ਵਿੱਚ ਭੇਜਿਆ ਜਾਏਗਾ। ਵੀ ਦੁਬਾਰਾ ਨਵੇਂ ਤੁਹਾਡੇ ਸਵਾਸ ਜਮ੍ਹਾਂ ਕਰਵਾਏ ਹੋਣਗੇ, ਨਵੇਂ ਗੁਣ, ਨਵੀਂ ਪਾਵਰ, ਨਵੇਂ ਕਰਮ ਦੇ ਕੇ ਤੁਹਾਨੂੰ ਫਿਰ ਭੇਜਿਆ ਜਾਏਗਾ। ਜੇ ਤੁਸੀਂ ਇਕੱਲਾ ਸਿਮਰਨ ਕਰਦੇ ਰਹੇ ਹੋ, ਕੱਲੀ ਬਾਣੀ ਪੜ੍ਹਦੇ ਰਹੇ ਹੋ, ਵੇਦ ਧਰਮ ਸ਼ਾਸਤਰਾਂ ਦਾ ਅਧਿਐਨ ਕਰਦੇ ਰਹੇ ਹੋ, ਕੱਲਾ ਇਹੀ ਕਰਦੇ ਰਹੇ ਹੋ, ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਰਹੇ, ਲਾਹ ਤਾਂ ਉਹਦਾ ਮਿਲੇਗਾ। ਪਰ ਕਿਉਂ? ਕਿੱਥੇ ਮਿਲੇਗਾ ਜੀ? ਜੇ ਸੰਸਾਰ ਵਿੱਚ ਹੀ ਮਿਹਨਤ ਕੀਤੀ ਹੈ ਤੇ ਉਹਦਾ ਲਾਹਾ ਕਿੱਥੇ ਮਿਲੇਗਾ ਜੀ? ਸੰਸਾਰ 'ਚ ਮਿਲੇਗਾ। ਤੇ ਸੰਸਾਰ ਵਿੱਚ ਲਾਹਾ ਲੈਣ ਲਈ ਆਪਾਂ ਨੂੰ ਕੀ ਕਰਨਾ ਪਏਗਾ? ਮਾਨਸ ਜਾਮਾ ਲੈਣਾ ਪਏਗਾ। ਤੇ ਜੇ ਆਪਾਂ ਮਿਹਨਤ ਸੰਸਾਰ ਦੇ ਵਿੱਚ ਕੀਤੀ ਨਹੀਂ, ਮਿਹਨਤ ਆਪਾਂ ਸੰਸਾਰ 'ਚ ਕੀਤੀ ਨਹੀਂ, ਆਪਾਂ ਮਿਹਨਤ ਹੀ ਇਸ ਸਰੀਰ ਨੂੰ ਛੱਡ ਕੇ ਸੂਖਮ ਦੇ ਵਿੱਚ ਬੈਠ ਕੇ ਕੀਤੀ, ਸੂਖਮ 'ਚ ਹੀ ਆਪਣਾ ਧਿਆਨ ਹੀ ਸੂਖਮ 'ਚ ਸ਼ਬਦਾਂ ਵਿੱਚ ਰਿਹਾ ਹੈ, ਸੂਖਮ ਪ੍ਰਕਾਸ਼ ਤੱਕ ਰਿਹਾ ਹੈ, ਸੂਖਮ ਸੁੰਨ ਦੇ ਵਿੱਚ ਰਿਹਾ ਹੈ, ਤੇ ਉਹਦਾ ਲਾਹਾ ਕਿੱਧਰ ਮਿਲੇਗਾ ਜੀ? ਸੂਖਮ। ਤੇ ਸੂਖਮ ਸਾਡਾ ਘਰ ਹੈ, ਉਧਰ ਪ੍ਰਲੋਕ ਹੈ। ਤੇ ਜਦੋਂ ਆਪਾਂ ਮਿਹਨਤ ਇੱਥੇ ਵੱਧੋ ਵੱਧ ਇੱਧਰੋਂ ਆਪਾਂ ਸਿਮਰਨ ਕੀਤਾ, ਬਾਣੀ ਪੜ੍ਹੀ, ਤੇ ਉਸ ਤੋਂ ਬਾਅਦ ਸਰੀਰ ਨੂੰ ਰਿਲੈਕਸ ਕੀਤਾ, ਧਿਆਨ ਉਧਰ ਚਲਾ ਗਿਆ। ਹੁਣ ਇੱਧਰ ਵੀ ਲਾਹਾ ਹੈ ਉਸ ਚੀਜ਼ ਦਾ ਤੇ ਉੱਧਰ ਵੀ। ਉੱਧਰ ਤਾਂ ਅਸੀਂ ਪ੍ਰੈਕਟੀਕਲ ਕਰਦੇ ਪਏ ਹਾਂ ਬੈਠ ਕੇ, ਤੇ ਇੱਧਰ ਸਾਡੇ ਸਵਾਸ ਜਮ੍ਹਾਂ ਹੁੰਦੇ ਪਏ ਨੇ। ਸੋ ਲੋਕ ਪ੍ਰਲੋਕ ਦੋਨੋਂ ਪਾਸੇ ਸਹਾਈ ਹੋ ਗਿਆ। ਹੁਣ ਜਦੋਂ ਅਸੀਂ ਇੱਧਰੋਂ ਸ਼ਬਦ ਦਾ ਅਭਿਆਸ ਕੀਤਾ, ਸ਼ਬਦ ਦਾ ਅਭਿਆਸ ਕਰਨ ਤੇ ਫਿਰ ਸੂਖਮ ਦੇ ਵਿੱਚ ਸਾਡਾ ਧਿਆਨ ਗਿਆ, ਤੇ ਉਹਦੇ ਵਿੱਚ ਫਿਰ ਜਿਹੜਾ ਹੈ ਉੱਥੋਂ ਫਿਰ ਅਸੀਂ ਪ੍ਰੈਕਟੀਕਲ ਕੀਤਾ। ਹੁਣ ਮਹਾਰਾਜ ਕਹਿੰਦੇ ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ। ਗੋਬਿੰਦ ਦੇ ਗੁਣ ਗਾਏ ਆਪਾਂ ਸੰਤਾਂ ਨਾਲ ਮਿਲ ਕੇ ਆ ਸਾਰੇ। ਆਪਾਂ ਜਦੋਂ ਨਾਮ ਸੱਚ ਦੀ ਉਸਤਤ ਕਰਦੇ ਆ, ਸਾਰਿਆਂ ਨੂੰ ਸੰਤ ਕਿਹਾ ਗਿਆ। ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ। ਹੁਣ ਕਿਹੜੇ ਗੁਣ ਗਾਏ? ਗੁਰਮੁਖੇ ਮਿਲ ਰਹੀ ਹੈ। ਗੁਰਮੁਖੇ ਭਾਵ ਕਿ ਜਿਹੜੇ ਗੁਰਮੁਖ ਸਾਡੀ ਅਗਵਾਈ ਕਰਦੇ, ਕਹਿੰਦੇ ਉਹਨਾਂ ਨਾਲ ਮਿਲ ਕੇ ਜਦੋਂ ਅਸੀਂ ਪ੍ਰੈਕਟੀਕਲ ਕੀਤਾ, ਗੁਰਮੁਖੇ ਮਿਲ ਰਹੀ ਹੈ ਘਰ ਵਾਜੇ ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ। ਅਹਨਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵ ਲਾਈ। ਹੁਣ ਅੰਦਰ ਕਨੇਰੇ ਸ਼ਬਦ ਚੱਲਦੇ ਆ, ਨਾਦ ਚੱਲਦਾ ਪਿਆ, ਤੇ ਕਹਿੰਦੇ ਦਿਨ ਰਾਤ ਅਸੀਂ ਜਪ ਜਪ ਕੇ ਅਹਨਸ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਕੀਤਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਧਰ ਤਾਂ ਸਾਨੂੰ ਪਤਾ ਲੱਗ ਗਿਆ। ਹੁਣ ਬਹੁਤ ਸਾਰੇ ਜੀਵਾਂ ਨੂੰ ਇੱਧਰ ਤਾਂ ਪਤਾ ਆ ਵੀ ਭਾਈ ਸ਼ਬਦ ਦਾ ਅਭਿਆਸ ਕਰਕੇ ਜ਼ਿੰਦਗੀ ਜਿਉਣੀ ਆ, ਗੁਰੂ ਵਾਲੇ ਬਣ ਕੇ ਰਹਿਣਾ ਹੈ, ਗੁਰਬਾਣੀ ਗੁਰੂ ਦੇ ਮੁਤਾਬਕ ਚੱਲਣਾ ਹੈ, ਸਤੋ ਗੁਣ ਧਾਰਨ ਕਰਨਾ ਹੈ, ਸੰਸਾਰੀ ਜੀਵਾਂ ਦੇ ਨਾਲ ਬਾਹਲਾ ਨਹੀਂ ਵਿਚਰਨਾ। ਇਸੇ ਤਰੀਕੇ ਹੀ ਰਾਤ ਨੂੰ ਜਦੋਂ ਸਾਡਾ ਇੱਧਰ ਅਸੀਂ ਪ੍ਰੈਕਟੀਕਲ ਕਰਦੇ ਕਰਦੇ ਹੌਲੀ ਹੌਲੀ ਜਦੋਂ ਅੰਤਰਗਤ ਜਿਹੜਾ ਸ਼ਬਦ, ਅੰਤਰਗਤ ਤੀਰਥ ਮਲ ਨਾ ਹੋ, ਉਸ ਅਵਸਥਾ ਨੂੰ ਸ਼ਬਦਾਂ ਨੂੰ ਨਾਮ ਨਿਧਾਨ ਨੂੰ ਪ੍ਰਗਟ ਕਰ ਲਿਆ,
ਫਿਰ ਜਿਵੇਂ ਹੀ ਤੁਹਾਡਾ ਮਨ ਜੇ ਇੱਧਰ ਮਿਹਨਤ ਕੀਤੀ ਹੋਏਗੀ ਤੇ ਸਹਿਜ ਸੁਭਾਅ ਇੱਥੇ ਜਿੱਥੋਂ ਤੱਕ ਵੀ ਇਸ ਦੇਸ਼ ਦੇ ਵਿੱਚ ਵਿਚਰਦਾ ਹੈ, ਜਿਵੇਂ ਹੀ ਸਰੀਰ ਤੋਂ ਅਲੱਗ ਹੋਏਗਾ ਤੇ ਉਹਨਾਂ ਸ਼ਬਦਾਂ ਦੇ ਉੱਪਰ ਧਿਆਨ ਲੱਗ ਜਾਏਗਾ, ਉਹਨਾਂ ਸ਼ਬਦਾਂ ਦੇ ਵਿੱਚ ਮਨ ਸਮਾਨ ਲੱਗ ਜਾਏਗਾ ਤੇ ਜੇ ਇੱਧਰ ਮਿਹਨਤ ਕਰਦਾ, ਜਿੰਨੇ ਸਵਾਸ ਜਿੰਨੀ ਮਿਹਨਤ ਇੱਧਰ ਮਾਰਦਾ ਤੇ ਉਧਰ ਦਾ ਆਨੰਦ ਲੈਣਾ ਸ਼ੁਰੂ ਕਰ ਦੇਗਾ, ਮਹਾਰਾਜ ਅਪਣਾਉਣਾ ਸ਼ੁਰੂ ਕਰ ਦੇਣਗੇ। ਤੇ ਜੇ ਨਹੀਂ ਇੱਧਰੋਂ ਖੇਲ ਪਤਾ, ਅੱਗੇ ਕੀ ਹੋਵੇਗਾ ਜੀ? ਘੁੱਪ ਹਨੇਰਾ, ਕੋਈ ਆਵਾਜ਼ ਨਹੀਂ ਸੁਣਨੀ, ਕੋਈ ਕੁਛ ਨਹੀਂ, ਜਾਂ ਰਾਤ ਨੂੰ ਅਸੀਂ ਭਵਜਲ ਚ ਡਿੱਗ ਜਾਵਾਂਗੇ। ਇਸੇ ਤਰੀਕੇ ਹੀ ਹੁਣ ਸਾਰਿਆਂ ਨੇ ਤੁਸੀਂ ਜਵਾਬ ਦੇਣਾ ਹੈ ਵੀ ਜਦੋਂ ਆਪਾਂ ਇਸ ਤਰ੍ਹਾਂ ਖੇਡਦੇ ਅਖੀਰ ਜਿੱਦਣ ਸਾਡੇ ਸਵਾਸ ਖਤਮ ਹੋਏ, ਸਾਡੇ ਮਨ ਨੇ ਕਿਹੜੇ ਪੋਰਸ਼ਨ 'ਚ ਜਾਣਾ? ਹਾਂ, ਜਿੱਥੇ ਅਸੀਂ ਰਾਤ ਨੂੰ ਜਾਂਦੇ ਹਾਂ ਨਾ, ਉਧਰ ਹੀ ਆਪਣੇ ਮਨ ਨੇ ਜਾਣਾ। ਠੀਕ ਹੈ ਨਾ ਜੀ? ਜਿਵੇਂ ਆਪਾਂ ਕੱਲ ਵਿਚਾਰ ਕੀਤੀ ਸੀ, ਦੂਰ ਗਵਨ ਸਿਰ ਉੱਪਰ ਮਰਨਾ। ਜਦੋਂ ਸਾਡੇ ਮਨ ਨੂੰ ਇਸ ਪੋਰਸ਼ਨ ਦੇ ਵਿੱਚੋਂ ਸਾਡੇ ਸਵਾਸ ਖਤਮ ਹੋ ਗਏ, ਸਵਾਸ ਰੁਕ ਗਏ, ਸਵਾਸ ਰੁਕਣ ਤੋਂ ਬਾਅਦ ਜਿਹੜੀ ਸਾਡੀ ਸੁਰਤ ਕਿੱਧਰ ਜਾਏਗੀ? ਜਿਵੇਂ ਸਾਨੂੰ ਘਰਾੜਾ ਵੱਜਦਾ ਹੈ ਤੇ ਨੀਂਦ ਆ ਜਾਂਦੀ ਹੈ ਤੇ ਸੂਖਮ ਵਿੱਚ ਚਲੀ ਜਾਂਦੀ ਹੈ, ਸੂਖਮ ਵਿੱਚ ਜਾਏਗੀ। ਠੀਕ ਹੈ ਜੀ? ਤੇ ਜੇ ਹੁਣ ਸੂਖਮ ਦੀ ਸਾਨੂੰ ਭੇਤ ਨਹੀਂ, ਜਿਵੇਂ ਰੋਜ਼ ਰਾਤ ਨੂੰ ਸਾਡਾ ਮਨ ਸੂਖਮ ਦੇ ਵਿੱਚ ਜਾਂਦਾ ਹੈ ਪਰ ਭੇਤ ਨਹੀਂ, ਕੁਛ ਵਿਖਦਾ ਨਹੀਂ, ਕੁਛ ਸੁਣਦਾ ਨਹੀਂ, ਕੁਛ ਮਹਿਸੂਸ ਨਹੀਂ ਹੁੰਦਾ। ਜੇਕਰ ਮਹਾਰਾਜ ਰਾਤ ਨੂੰ ਕਿਤੇ ਸਹਿਜ ਸੁਭਾਈ ਕਿਰਪਾ ਕਰ ਵੀ ਦਿੰਦੇ ਆ ਕਿ ਬੱਚੇ ਪਛਾਣਨ ਵੀ ਅਸੀਂ ਆਪਦੇ ਅਸਲੀ ਘਰ ਦੇ ਵਿੱਚ ਆਏ ਹਾਂ, ਉੱਧਰ ਜਾ ਕੇ ਫਿਰ ਮਿਹਨਤ ਕਰਨ ਇੱਥੇ ਆਉਣ ਦੇ ਲਈ, ਤੇ ਅਸੀਂ ਇੱਧਰ ਇੰਨੀ ਗਿਆਨਤਾ ਵਾਸਾਂ, ਇੰਨੀ ਕੱਟੜਤਾ ਵਾਸਾਂ, ਇੱਧਰਲੇ ਗਿਆਨ ਨੂੰ ਹੀ ਇੰਨਾ ਦ੍ਰਿੜ ਕਰ ਲਿਆ, ਇੱਧਰ ਦੇ ਸਟੇਟਸ ਨੂੰ ਇੰਨਾ ਦ੍ਰਿੜ ਕਰ ਲਿਆ ਕਿ ਸਾਨੂੰ ਉਹ ਚੀਜ਼ ਭੁੱਲ ਜਾਂਦੀ ਹੈ ਸਹਿਜ ਸੁਭਾਈ। ਠੀਕ ਹੈ? ਹੁਣ ਜਦੋਂ ਫਿਰ ਉੱਥੇ ਸਾਨੂੰ ਪਤਾ ਨਹੀਂ ਵੀ ਇੱਧਰ ਨਾਮ ਜਪਿਆ ਸਾਰਾ ਠੀਕ ਹੈ, ਇੱਧਰ ਲਾਹਾ ਜਮਾ ਹੋ ਗਿਆ, ਪਰ ਜੇ ਸੂਖਮ ਵਿੱਚ ਟਰੈਵਲ ਕਰਨਾ ਹੈ ਤੇ ਉੱਧਰਲਾ ਨਾਮ, ਜਿਹਨੂੰ ਮਹਾਰਾਜ ਨੇ ਕਿਹਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿਹੜਾ ਨਾਮ ਇੱਕ ਧੁਨ, ਜਿਹਨੂੰ ਗੁਰਬਾਣੀ ਗੁਰੂ ਦੇ ਵਿੱਚ ਓਂਕਾਰ ਕਿਹਾ, ਓਂਕਾਰ ਇੱਕ ਹੈ, ਇੱਕ ਹੀ ਧੁਨ ਅਲਾਪਾ ਹੈ, ਇੱਕ ਧੁਨ ਜਿਹੜੀ ਚੱਲਦੀ ਪਈ ਹੈ, ਜਿਹਨੂੰ ਓਮ ਕਿਹਾ ਗਿਆ ਤੇ ਜਿਹਨੂੰ ਓਂਕਾਰ ਕਿਹਾ ਗਿਆ। ਤੇ ਜਿਹੜਾ ਆਮ ਇੱਧਰ ਹੋਏ ਨੇ ਵੈਸਟ ਦੇ ਵਿੱਚ ਸੰਤ ਹੋਏ ਨੇ, ਉਹਨਾਂ ਨੇ ਉਹਨੂੰ ਵਰਲਡ ਕਿਹਾ। ਵਰਲਡ, ਆਪਾਂ ਹੁਣ ਸੰਸਾਰ ਨੂੰ ਕੀ ਕਹਿੰਦੇ ਆ ਜੀ? ਵਰਲਡ ਕਹਿੰਦੇ ਆ ਨਾ। ਇਹ ਵਰਲਡ ਸ਼ਬਦ ਉੱਥੋਂ ਆਇਆ ਵੀ ਇਹ ਸ਼ਬਦ ਦੀ ਉਪਜ ਹੈ ਸਾਰੀ। ਜਿਹੜੀ ਬਾਈਬਲ ਹੈ ਉਹਦੇ ਵਿੱਚ ਉਸ ਧੁਨ ਨੂੰ ਵਰਲਡ ਕਿਹਾ ਗਿਆ। ਆਪਾਂ ਕਹਿੰਦੇ ਨਾ ਸਾਰਾ ਵਰਲਡ ਇੱਕੋ ਹੀ ਹੈ ਜੀ। ਵਰਲਡ ਸ਼ਬਦ ਜਿਹੜਾ ਆਇਆ ਹੈ ਇਹ ਉਸ ਧੁਨ ਦੇ ਵਿੱਚੋਂ ਆਇਆ, ਜਿਵੇਂ ਓਂਕਾਰ, ਓਮ, ਤੇ ਬਾਈਬਲ ਵਿੱਚ ਉਸ ਅਵਸਥਾ ਨੂੰ ਵਰਲਡ ਕਿਹਾ, WORLD। ਵਰਲਡ ਦਾ ਇੱਥੇ ਸੰਸਾਰ ਮਤਲਬ ਹੈ, ਪਰ ਇਹ ਉਹ ਆਇਆ ਉੱਥੋਂ ਆ। ਵਰਲਡ ਸ਼ਬਦ ਭਾਵ ਕਿ ਇੱਕ ਧੁਨ ਵਿੱਚੋਂ ਪ੍ਰਗਟ ਹੋਇਆ ਸਾਰਾ ਸੰਸਾਰ, ਜਿੰਦੀ ਖੋਜ ਤੱਕ ਅਸੀਂ ਨਹੀਂ ਪਹੁੰਚੇ। ਉਹ ਮੂਲ ਨਾਮ ਧੁਨ ਜਦੋਂ ਸਾਡੇ ਅੰਦਰ ਪ੍ਰਗਟ ਹੋ ਗਈ ਤੇ ਉਹ ਫਿਰ ਮਹਾਰਾਜ ਨੇ ਕਿਹਾ ਉੱਥੋਂ ਤੁਹਾਡੀ ਜੀਵਨ ਯਾਤਰਾ ਸ਼ੁਰੂ ਹੋਏਗੀ। ਸੋ ਉਹ ਜੇ ਧੁਨ ਸਾਨੂੰ ਨਹੀਂ ਪਤਾ ਤੇ ਫਿਰ ਜਦੋਂ ਸਾਡਾ ਮਨ ਇਸ ਪੋਰਸ਼ਨ ਦੇ ਵਿੱਚੋਂ ਤਾਂ ਨਿਕਲ ਗਿਆ ਜਿੱਥੇ ਚਤੁਰਾਈ ਵੀ ਸੀਗੀ, ਜਿੱਥੇ ਸਟੇਟਸ ਵੀ ਸੀਗਾ, ਜਿੱਥੇ ਕਿਸੇ ਦਾ ਨਾਮ ਸੀਗਾ, ਹਾਂਜੀ ਅਲੱਗ-ਅਲੱਗ ਸੀਗਾ, ਤੇ ਇਸ ਪੋਰਸ਼ਨ ਦੇ ਵਿੱਚੋਂ ਤਾਂ ਨਿਕਲ ਗਿਆ, ਉਸ ਪੋਰਸ਼ਨ ਦੇ ਵਿੱਚ ਚਲਾ ਗਿਆ ਜਿੱਥੇ ਕੋਈ ਇੰਡੀਆ ਨਹੀਂ, ਕੋਈ ਕੈਨੇਡਾ ਨਹੀਂ, ਕੋਈ ਅਮਰੀਕਾ ਨਹੀਂ, ਕੋਈ ਆਸਟ੍ਰੇਲੀਆ ਨਹੀਂ, ਕੋਈ ਸਿਟੀਜ਼ਨ ਨਹੀਂ, ਕੋਈ ਜੱਟ ਨਹੀਂ, ਕੋਈ ਨਾਈ ਨਹੀਂ, ਕੋਈ ਸ਼ੀਂਬਾ ਨਹੀਂ, ਕੋਈ ਮਨੁੱਖ ਨਹੀਂ, ਕੋਈ ਇਸਤਰੀ ਨਹੀਂ, ਉੱਥੇ ਜੋਤ ਸਰੂਪ ਹੈ। ਉੱਥੋਂ ਫਿਰ ਜੇਕਰ ਜੇ ਤੁਹਾਨੂੰ ਨਹੀਂ ਪਤਾ, ਫਿਰ ਉੱਥੇ ਉਹਨਾਂ ਨੇ ਕਿਹਾ ਵੀ ਅਗਲਾ ਪੰਥ ਤਾਂ ਤੂੰ ਪਛਾਣਿਆ ਨਹੀਂ, ਅਗਲਾ ਪੰਥ ਤਾਂ ਪਛਾਣਿਆ ਨਹੀਂ, ਇੱਥੋਂ ਦੇ ਧੰਦਿਆਂ ਵਿੱਚ ਰਿਹਾ, ਇੱਥੇ ਹੀ ਕੰਮ ਕਰਦਾ ਰਿਹਾ, ਜੇਕਰ ਗਿਆਨੀ ਰਿਹਾ ਤੇ ਇੱਥੇ ਰਿਹਾ, ਸਾਰਾ ਕੁਛ ਰਿਹਾ। ਉਸ ਸਟੇਟਸ ਦੀ ਗੁਰਬਾਣੀ ਗੱਲ ਕਰਦੇ ਪਏ ਨੇ। ਜਦੋਂ ਅਸੀਂ ਅਗਲਾ ਪੰਥ ਪਛਾਣ ਲਾਂਗੇ ਤੇ ਇੱਥੇ ਵੀ ਸਾਡੇ ਸਾਰਿਆਂ ਦਾ ਧਰਮ ਇੱਕ ਹੋ ਜਾਏਗਾ, ਕਿਉਂਕਿ ਇੱਥੇ ਚਾਹੇ ਕੋਈ ਰਾਮ ਕਹੇਗਾ, ਅੱਲਾ ਕਹੇਗਾ, ਹਰੀ ਕਹੇਗਾ, ਵਾਹਿਗੁਰੂ ਕਹੇਗਾ, ਜੋ ਵੀ ਕਹੇਗਾ, ਪਰ ਅਖੀਰ ਕਹੇਗਾ ਵੀ ਯਾਰ ਘਰ ਤਾਂ ਆਪਣਾ ਸਾਰਿਆਂ ਦਾ ਇੱਕ ਹੀ ਹੈ ਨਾ। ਤੇ ਫਿਰ ਉਹਨੂੰ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣਈ, ਭੁੱਲੀ ਫਿਰੈ ਗਵਾਰ। ਕਹਿੰਦੇ ਅਸਲ ਪੰਥ ਤਾਂ ਪਤਾ ਨਹੀਂ ਤੇ ਉਹ ਪ੍ਰੇਮ ਦਾ ਮਾਰਗ ਹੈ, ਵੀ ਭਾਵ ਕੋਈ ਵੀ ਜਿਹੜਾ ਹਉਮੈ ਵਸ ਜੀਵੇ ਉੱਥੋਂ ਤੱਕ ਜਾ ਨਹੀਂ ਸਕਦਾ। ਜਿਹੜਾ ਸਹਿਜ ਦੇ ਵਿੱਚ ਮਨ ਨੂੰ ਵਿਚਾਰਾਂ ਤੋਂ ਰਹਿਤ ਰੱਖ ਕੇ ਪ੍ਰੈਕਟੀਕਲ ਕਰਦਾ, ਉਹ ਕਰ ਸਕਦਾ।
ਜਿਹਨੂੰ ਮਹਾਰਾਜ ਕਹਿੰਦੇ ਉੱਥੇ ਫਿਰ ਜਿਹੜਾ ਜਾਂਦਾ ਹੈ ਵੱਡੇ ਤੋਂ ਵੱਡਾ ਇੱਥੇ ਦੁਨੀਆਦਾਰ ਹੈ, ਗਿਆਨੀ ਹੈ, ਚਾਹੇ ਕੋਈ ਦੁਨਿਆਵੀ ਸੰਤ ਹੈ, ਚਾਹੇ ਉੱਥੇ ਜਾ ਕੇ ਲੁੱਟਿਆ ਜਾਂਦਾ ਹੈ। ਜਿਹੇ ਪੈਂਡੇ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੁਰਾਰੀ। ਕਹਿੰਦੇ ਜਿੱਥੇ ਜਾ ਕੇ ਅਸੀਂ ਲੁੱਟੇ ਜਾਂਦੇ ਸੀਗੇ ਉਹ ਸੰਤਾਂ ਨਾਲ ਮਿਲ ਕੇ ਉਹ ਮਾਰਗ ਨੂੰ ਅਸੀਂ ਪਾਰ ਕਰ ਲਿਆ। ਉਸੇ ਅਵਸਥਾ ਨੂੰ ਗੁਰਬਾਣੀ ਵਿੱਚ ਕਿਹਾ ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ। ਇਹ ਜਗਤ ਜਿਹੜਾ ਹੈ ਇਹ ਦੁਚਿੱਤੀ ਦੇ ਵਿੱਚ ਪਾ ਦਿੰਦਾ। ਇੱਥੇ ਆਣ ਕੇ ਜੇ ਸਿਮਰਨ ਵੀ ਅਸੀਂ ਕਰਦੇ ਹਾਂ ਤੇ ਕਿਹਦੇ ਲਈ ਕਰਦੇ ਹਾਂ? ਜੇ ਅਸੀਂ ਰਜੋਗੁਣ ਦੇ ਲਈ ਕਰਦੇ ਹਾਂ। ਠੀਕ ਹੈ। ਹੁਣ ਵੀ ਜੇ ਬਾਹਲੇ ਜੀਵ ਆ, ਜਿਵੇਂ ਅੱਜ ਕੱਲ ਦਾ ਮਾਹੌਲ ਚੱਲਦਾ ਹੈ, ਸਿਮਰਨ ਕਰਦੇ ਵੀ ਆ ਤੇ ਬਾਹਲੇ ਜੀਵ ਮੌਤ ਦੇ ਡਰ ਤੋਂ, ਸਰੀਰਕ ਡਰ ਤੋਂ, ਸਾਡਾ ਵਪਾਰ ਨਾ ਫੇਲ ਹੋ ਜਾਏ, ਰਸੈਸ਼ਨ ਆ ਗਿਆ, ਹੋਰ ਆ ਗਿਆ, ਤੇ ਇਹ ਦੁਚਿੱਤੀ ਵਿੱਚ ਅਸੀਂ ਰਜੋਗੁਣ ਲਈ ਸਿਮਰਨ ਕਰ ਰਹੇ ਹਾਂ, ਅਸੀਂ ਆਪਦੇ ਸਰੀਰ ਲਈ ਸਿਮਰਨ ਕਰ ਰਹੇ ਹਾਂ, ਪਰ ਉਸ ਮਾਰਗ ਦੇ ਲਈ ਨਹੀਂ ਅਸੀਂ ਸਿਮਰਨ ਕਰ ਰਹੇ। ਕੁਝ ਤੁਹਾਡੇ ਵਿੱਚੋਂ ਵਿਰਲੇ ਜੀਵ ਨੇ ਜਿਹੜੇ ਉਸ ਮਾਰਗ ਦੀ ਪਛਾਣ ਦੇ ਲਈ ਸਿਮਰਨ ਕਰਦੇ ਪਏ ਆ। ਤੇ ਮਹਾਰਾਜ ਕਹਿੰਦੇ ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੋਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ। ਫਿਰ ਕੀ ਕਹਿੰਦੇ? ਜਮ ਮਗ ਦੁੱਖ ਪਾਵੈ ਚੋਟਾ ਖਾਵੈ ਅੰਤ ਗਿਆ ਪਛਤਾਇਆ। ਫਿਰ ਜਮਾ ਨੇ ਉੱਥੇ ਹਨੇਰੇ ਦੇ ਵਿੱਚੋਂ ਆਪ ਟੋਰ ਲੈਣਾ, ਉੱਥੇ ਜਮਾ ਨੇ ਟੋਰ ਲੈਣਾ। ਸਾਨੂੰ ਤਾਂ ਆਉਂਦਾ ਨਹੀਂ, ਨਾ ਨਾਮ ਵਿੱਚ ਸਮਾਉਣਾ ਆਉਂਦਾ, ਕਿਉਂਕਿ ਉਹ ਉੱਥੇ ਆਪਣੇ ਆਪ ਨਹੀਂ ਆਉਂਦਾ। ਜੇ ਅਸੀਂ ਸੰਗਤ ਵਿੱਚ ਰਹਿ ਕੇ ਪ੍ਰੈਕਟੀਕਲ ਕੀਤਾ ਹੋਏਗਾ, ਆਟੋਮੈਟਿਕ ਦੇਹੀ ਛੱਡਣੀ ਆਏਗੀ, ਨਾਮ ਵਿੱਚ ਸਮਾਉਣਾ ਆਏਗਾ, ਖੇਲ ਕਰਨਾ ਆਊਗਾ। ਫਿਰ ਕਹਿੰਦੇ ਜਮ ਮਗ ਦੁੱਖ ਪਾਵੈ। ਹੁਣ ਉੱਥੇ ਫਿਰ ਸਾਨੂੰ ਜੇ ਕਰਨੀ ਆਉਂਦਾ ਤੇ ਸਾਨੂੰ ਫਿਰ ਵਿਹਲਾ ਨਹੀਂ ਛੱਡਿਆ ਜਾਂਦਾ। ਐਸੀਆਂ ਭਟਕਦੀਆਂ ਹੋਈਆਂ ਰੂਹਾਂ ਨੂੰ, ਐਸੀਆਂ ਮਨਮੁਖੀ ਰੂਹਾਂ ਨੂੰ ਸਵਾਰਨ ਦੇ ਲਈ, ਉੱਥੋਂ ਲਿਆਉਣ ਦੇ ਲਈ ਜਮਾਂ ਨੂੰ ਫਿਰ ਪ੍ਰਗਟ ਕੀਤਾ ਹੋਇਆ। ਜਮ ਜਿਹੜੇ ਨੇ ਇਹ 5 ਜਮ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਕਹਿੰਦੇ ਆ, ਤੇ ਇਹ ਅਗਨ ਤੱਤ ਦੇ ਵਿੱਚੋਂ ਸੂਖਮ ਪ੍ਰਕਾਸ਼ ਦੇ ਆਕਾਰ ਨੇ, ਅਗਨ ਤੱਤ ਦੇ ਆਕਾਰ ਨੇ। ਜਿਵੇਂ ਇਹ ਲੋਕ ਦੇ ਵਿੱਚ ਸਾਰੀ ਦੁਨੀਆ ਚੱਲਦੀ ਹੈ, ਐਜ਼ ਇਟ ਇਜ਼ ਪਰਲੋਕ ਦੀ ਦੁਨੀਆ ਜਿੱਥੇ ਸਾਡਾ ਖੇਲ ਹੈ। ਇੱਧਰ ਇਹ ਨਾਸ਼ਵਾਨ ਹੈ, ਇਹ ਸਰੀਰ ਖਤਮ ਵੀ ਹੋ ਜਾਂਦਾ ਹੈ, ਰਿਪੀਟ ਵੀ ਹੋ ਜਾਂਦਾ ਹੈ, ਚੇਂਜਿੰਗ ਵੀ ਹੋ ਜਾਂਦੀ ਹੈ। ਉੱਧਰ ਜਿਹੜਾ ਹੈ ਕੋਈ ਖਤਮ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਉੱਧਰ ਸੂਖਮ ਖੇਲ ਹੈ। ਜਿਵੇਂ ਇੱਧਰ ਸਾਡੇ ਤੱਤਾਂ ਦੇ ਸਾਡੇ ਕੋਲ ਹਥਿਆਰ ਨੇ, ਡੰਡੇ ਨੇ, ਸਾਡੇ ਕੋਲ ਇੱਕ ਦੂਜੇ ਨੂੰ ਤਸ਼ੱਦਦ ਕਰਨ ਲਈ ਅਵਸਥਾ ਨੇ, ਇਸੇ ਤਰੀਕੇ ਸੂਖਮ ਮਨ ਤੇ ਫਿਰ ਸੂਖਮ ਡੰਡੇ, ਸੂਖਮ ਅਗਨ, ਸੂਖਮ ਪਾਣੀ ਉਹਨੂੰ ਡੋਬਦਾ ਹੈ, ਸੂਖਮ ਅੱਗ ਉਹਨੂੰ ਜਾਲਦੀ ਹੈ। ਜਿਵੇਂ ਕਈ ਗੁਰਮੁਖ ਵੀ ਕਹਿੰਦੇ ਵੀ ਰਾਤ ਸੁਪਨਾ ਆਇਆ ਮੈਂ ਪਾਣੀ ਵਿੱਚ ਡੁੱਬਦਾ ਪਿਆ ਸੀਗਾ। ਕਈਆਂ ਨੂੰ ਸੁਪਨਾ ਆਉਂਦਾ ਨਾ ਪਾਣੀ ਵਿੱਚ ਡੁੱਬ ਗਏ, ਉਹ ਸੂਖਮ ਮਨ ਦਾ ਕਈ ਵਾਰੀ ਧਿਆਨ ਪਾਣੀ ਤੱਤ ਤੇ ਲੱਗ ਜਾਂਦਾ, ਉਹ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਨੁਭਵ ਹੁੰਦਾ ਡੁੱਬ ਗਏ। ਜਾਂ ਕਈਆਂ ਨੂੰ ਲੱਗਦਾ ਕਿ ਸੁਪਨੇ 'ਚ ਸੇਕ ਬੜਾ ਸੀ, ਅੱਗ ਮੈਨੂੰ ਜਾਲ ਰਹੀ ਸੀ, ਉਹ ਪੂਰਬਲਾ ਦਿਖਾਇਆ ਜਾਂਦਾ ਜਿਹੜਾ ਅਸੀਂ ਹਾਰਦੇ ਆਏ। ਹੁਣ ਉਸ ਅਵਸਥਾ ਦੇ ਵਿੱਚ ਜਮਾ ਨੇ ਸਾਨੂੰ ਤੋਰ ਲੈਣਾ। ਜਮਾ ਨੇ ਕਿੱਧਰ ਤੋਰ ਲੈਣਾ? ਉਹ ਕਹਿੰਦੇ ਆਓ ਤੁਸੀਂ ਸਵਾਸਾਂ ਦੀ ਪੂੰਜੀ ਜਿਹੜੀ ਹੈ ਉਹ ਸਾਰੀ ਖਰਾਬ ਕਰਕੇ ਆਏ ਹੋ, ਆਓ ਜਿਹਨੇ ਤੁਹਾਨੂੰ ਭੇਜਿਆ ਸੀ ਅਸੀਂ ਉੱਥੋਂ ਤੱਕ ਤੁਹਾਨੂੰ ਲੈ ਕੇ ਜਾਂਦੇ ਹਾਂ। ਫਿਰ ਉਹ ਕੀ ਕਹਿੰਦੇ? ਜਮ ਮਗ ਦੁੱਖ ਪਾਵੈ, ਉਹਨਾਂ ਦੇ ਦੁੱਖ ਵਿੱਚੋਂ ਲੈ ਕੇ ਜਾਣਾ, ਕਿਉਂਕਿ ਜਿਹੜਾ ਸੁੱਖ ਸੀਗਾ, ਨਾਮ ਸੀ, ਨਿਧਾਨ ਸੀ, ਉਹਦੀ ਸਾਨੂੰ ਪਛਾਣ ਨਹੀਂ ਸੀ, ਤੇ ਦੁੱਖ ਦੇ ਵਿੱਚੋਂ ਤਸ਼ੱਦਦ ਕਰਦੇ ਹੋਏ ਜਮ ਮਗ ਦੁੱਖ ਪਾਵੈ ਚੋਟਾ ਖਾਵੈ। ਚੋਟਾਂ ਕਾਹਦੀਆਂ ਚੋਟਾਂ ਜੀ? ਸੂਖਮ ਤੱਤਾਂ ਦੀ, ਸੂਖਮ ਡੰਡਿਆਂ ਦੀ ਤਸ਼ੱਦਦ, ਕੁੱਟਣਾ ਸ਼ੁਰੂ ਕਰ ਦਿੱਤਾ, ਅਗਨ ਦੇ ਵਿੱਚੋਂ ਲੰਘਾਉਣਾ ਸ਼ੁਰੂ ਕਰ ਦਿੱਤਾ। ਅੰਤ ਗਿਆ ਪਛਤਾਏ। ਤੇ ਫਿਰ ਅੰਤ ਜਿਹੜਾ ਹੈ ਪਛਤਾਉਣਾ ਪੈਂਦਾ ਵੀ ਯਾਰ ਮੈਂ ਤਾਂ ਸਾਰਾ ਜੀਵਨ ਐਵੇਂ ਹੀ ਕੱਢ ਆਏ ਆ, ਉੱਥੋਂ ਦੀਆਂ ਫਿਕਰਾਂ ਦੇ ਵਿੱਚ ਹੀ ਕੱਢ ਆਏ ਆ ਸਾਰਾ। ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਨਾ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਹੁਣ ਮਤਲਬ ਕਿ ਇੱਥੇ ਆ ਗਏ, ਇੱਥੇ ਰੋਜ਼ ਦਾ ਰੋਜ਼ ਹੀ ਆਪਾਂ ਸਰੀਰ ਨੂੰ ਸੰਭਾਲਣ ਦੇ ਲਈ ਇੱਥੋਂ ਦੀਆਂ ਬਿਮਾਰੀਆਂ ਪਾਸੇ ਧਿਆਨ, ਇੱਥੋਂ ਦੇ ਪੈਸੇ ਪਾਸੇ ਧਿਆਨ, ਹਾਲਾਂਕਿ ਆਪਾਂ ਨੂੰ ਛੱਡ ਕੇ ਜਾਣਾ, ਇੱਥੋਂ ਦੇ ਸੰਜੋਗੀਆਂ ਪਾਸੇ ਧਿਆਨ, ਇੱਥੋਂ ਦੇ ਖਾਣ ਪੀਣ ਪਾਸੇ ਧਿਆਨ, ਇੱਥੋਂ ਦੇ ਸਾਰੇ ਇੱਧਰ ਦੇ ਪਦਾਰਥਾਂ ਪਾਸੇ ਧਿਆਨ ਹੈ। ਤੇ ਸਮਾਂ ਆਇਆ, ਇੱਧਰ ਦੀ ਪੂੰਜੀ ਖਤਮ ਹੋਈ, ਖੇਲ ਸਮਾਪਤ ਹੋਈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹੈ। ਤੇ ਇੱਥੋਂ ਫਿਰ ਜਦੋਂ ਗਏ ਤੇ ਅੱਗੇ ਪਤਾ ਨਹੀਂ, ਤਸ਼ੱਦਦ ਹੋਈ। ਫਿਰ ਕਹਿੰਦੇ ਜਮ ਮਗ ਦੁੱਖ ਪਾਵੈ ਚੋਟਾ ਖਾਵੈ ਅੰਤ ਗਿਆ ਪਛਤਾਏ, ਬਿਨ ਨਾਵੇਂ ਕੋ ਬੇਲੀ ਨਾਹੀ। ਹੁਣ ਉੱਥੇ ਇੱਧਰ ਦੇ ਬੇਲੀ ਕੋਈ ਕੰਮ ਨਹੀਂ ਕਰਦਾ। ਬਿਨ ਨਾਵੇਂ ਕੋ ਬੇਲੀ ਨਾਹੀ, ਪੁੱਤ ਕਟੁੰਬ ਸੁੱਤ ਭਾਈ, ਨਾ ਦਾ ਪੁੱਤਰ ਨੇ ਉੱਥੇ ਸਾਥ ਦਿੱਤਾ, ਨਾ ਇੱਧਰ ਦੇ ਪਰਿਵਾਰ ਨੇ ਸਾਥ ਦਿੱਤਾ, ਸੁੱਤ ਹੋ ਗਈ ਘਰ ਵਾਲੀ ਨੇ ਨਹੀਂ ਸਾਥ ਦਿੱਤਾ, ਠੀਕ ਹੈ ਜੀ, ਤੇ ਨਾ ਕਿਸੇ ਭਰਾ ਨੇ ਸਾਥ ਦਿੱਤਾ। ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ।
ਕਹਿੰਦੇ ਇੱਧਰ ਦਾ ਮਾਇਆ ਤੇ ਮੋਹ ਦਾ ਜਿਹੜਾ ਪਸਾਰਾ ਸੀ ਉੱਥੇ ਨਾਲ ਨਹੀਂ ਗਿਆ। ਤੇ ਫਿਰ ਕੀ ਬਣਿਆ? ਉਹਨੂੰ ਤਸ਼ੱਦਦ ਹੋਈ, ਉਹਨੂੰ ਵਿਹਲਾ ਨਹੀਂ ਛੱਡਿਆ ਗਿਆ, ਤੇ ਉਹਦੇ ਉੱਪਰ ਜਿਹੜੀ ਸੱਚੇ ਪਾਤਸ਼ਾਹ ਨੇ ਖੁਸ਼ੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਇਹ ਇੱਕ ਅਨਾੜੀਆਂ ਤਰ੍ਹਾਂ ਜੀਵਨ ਵਿਚਾਰ ਕੇ ਆਇਆ, ਚਲੋ ਜਿਸ ਤਰੀਕੇ ਦੇ ਇਸ ਵਾਸਾਂ ਨੂੰ ਖਰਚ ਕਰਦਾ ਰਿਹਾ ਤੇ ਇਹਨੂੰ ਉਸੇ ਤਰੀਕੇ ਦੇ ਫਿਰ ਅਗਾਂ ਇਨਸਾਨੀ ਜਾਮੇ ਦੇ ਵਿੱਚ ਭੇਜ ਦਿੱਤਾ ਜਾਵੇ। ਉਹਨੂੰ ਫਿਰ ਗਾਂ ਜਿਵੇਂ ਦਾ ਉਹਦਾ ਧਿਆਨ ਸੀ ਤੇ ਉਹ ਜਿਹੜਾ ਹੈਗਾ ਗਾਂ ਦੀ ਗਾਂ ਅਲੱਗ-ਅਲੱਗ ਕੱਪੜਿਆਂ ਦੇ ਵਿੱਚ ਚਲਾ ਗਿਆ, ਕੱਪੜੇ ਪਾ ਕੇ ਕਿਸੇ ਵੀ ਜੂਨ ਦੇ ਵਿੱਚ ਚਲਾ ਗਿਆ ਜਿਵੇਂ ਦੀ ਉਹਦੀ ਬਿਰਤੀ ਸੀਗੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹੀ ਕਹਿੰਦੇ ਪਏ ਆ ਵੀ ਇਕੱਲਾ ਤੁਸੀਂ ਇੱਧਰਲੇ ਗਿਆਨ, ਇੱਧਰਲੇ ਸਿਮਰਨ, ਇੱਧਰਲੇ ਧਿਆਨ ਦੇ ਵਿੱਚ ਨਾ ਚੱਲੋ, ਤੁਸੀਂ ਅੰਦਰ ਦੀ ਖੋਜ ਕਰ ਲਓ ਵੀ ਤੁਸੀਂ ਜਿੱਥੇ ਮਰ ਕੇ ਜਾਣਾ, ਜਿੱਥੇ ਤੁਸੀਂ ਮਰ ਕੇ ਖੇਲਣਾ ਹੈ, ਜਿੱਥੇ ਤੁਸੀਂ ਇਹ ਸਰੀਰ ਨੂੰ ਛੱਡਣ ਤੋਂ ਬਾਅਦ ਜਾਣਾ ਹੈ। ਤੇ ਜਾਂ ਸਾਨੂੰ ਕਹਿੰਦੇ ਤੁਸੀਂ ਰੋਜ਼ ਹੀ ਜਾਂਦੇ ਹੋ, ਜਿੱਥੇ ਤੁਸੀਂ ਰੋਜ਼ ਹੀ ਜਾਂਦੇ ਹੋ, ਤੇ ਉਸ ਘਰ ਦੀ ਤੁਸੀਂ ਪਛਾਣ ਕਰ ਲਓ। ਠੀਕ ਹੈ ਕਿ ਨਹੀਂ ਜੀ? ਸੁਣਦੇ ਪਏ ਨਾ ਵਿਚਾਰ ਮੇਰੀ? ਹੁਣ ਉਸ ਘਰ ਦੀ ਪਛਾਣ ਕਹਿੰਦੇ ਆ ਵੀ ਤੁਹਾਨੂੰ ਇੱਧਰ ਤ੍ਰੈ ਗੁਣ ਦੇ ਜਾਂ ਦੁਨਿਆਵੀ ਗਿਆਨ ਦੇ ਨਾਲ ਨਹੀਂ ਹੋਣੀ। ਇਹ ਗਿਆਨ, ਇਹ ਸਿਮਰਨ ਕਰਕੇ ਤੁਸੀਂ ਸੁਰਤ ਰੂਪ ਹੋ ਕੇ ਆਪਦੇ ਅੰਦਰੋਂ ਪ੍ਰੈਕਟੀਕਲ ਕਰੋ। ਜਦੋਂ ਫਿਰ ਅਸੀਂ ਸੁਰਤ ਦਾ ਗਿਆਨ ਲੈਣਾ ਸ਼ੁਰੂ ਕਰਦੇ ਹਾਂ ਵੀ ਕਿੱਥੇ ਤੁਸੀਂ ਦੱਸਦੇ ਹੋ, ਗੁਰਬਾਣੀ ਕਿਵੇਂ ਦੱਸਦੀ ਹੈ, ਜਿਹਨੂੰ ਫਿਰ ਮਹਾਰਾਜ ਨੇ ਕਿਹਾ ਵੀ ਉਹ ਸ਼ੁਰੂ ਕਿਵੇਂ ਹੋਏਗਾ? ਹੋਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਏ ਰਾਮ। ਸਤਿਗੁਰ ਕੋਲ ਜਾਓ, ਉਹਨਾਂ ਨੂੰ ਪੁੱਛੋ। ਹੋਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਏ ਰਾਮ। ਫਿਰ ਮਹਾਰਾਜ ਅੱਗੇ ਕਹਿੰਦੇ ਸਤਿਗੁਰ ਭਾਏ ਚਲੋ ਜੀਵਤਿਆਂ ਇਵ ਮਰੀਏ ਰਾਮ। ਜੀਵਤਿਆਂ ਮਰੀਏ ਭੌਜਲ ਤਰੀਏ ਗੁਰਮੁਖ ਨਾਮ ਸਮਾਵੈ। ਪੂਰਾ ਪੁਰਖ ਪਾਇਆ ਵਡ ਭਾਗੀ ਸੱਚ ਨਾਮ ਲਿਵ ਲਾਵੈ। ਮਤ ਪ੍ਰਗਾਸ ਪਈ, ਜਿਹੜੀ ਮਤ ਮੈਂ ਪਹਿਲਾਂ ਵਿਚਾਰ ਕੀਤੀ ਨਾ ਵੀ ਜਿਹੜੀ ਮਤ ਮਲੀਨ ਸੀ, ਜਦੋਂ ਸਤਿਗੁਰ ਨੇ ਦੱਸਿਆ ਤੇ ਸਤਿਗੁਰ ਕਹਿੰਦੇ ਵੀ ਸੰਗਤ ਵਿੱਚ ਬੈਠ ਕੇ ਤੇ ਕਹਿੰਦੇ ਤੁਸੀਂ ਆਪਾ ਸਮਰਪਣ ਕਰਨਾ ਸਿੱਖੋ, ਵੀ ਭਾਵ ਕਿ ਆਪ ਦੇ ਵਿਚਾਰ ਛੱਡਣੇ ਸਿੱਖੋ, ਆਪ ਦੇ ਵਿਚਾਰ ਛੱਡ ਕੇ ਤੇ ਤੁਸੀਂ ਅੰਤਰਗਤ ਬੈਠਣਾ ਸਿੱਖੋ। ਤੇ ਫਿਰ ਤੁਸੀਂ ਜਦੋਂ ਆਪ ਦੇ ਵਿਚਾਰ ਛੱਡ ਗਏ, ਮਤ ਨੂੰ ਕਿਹਾ ਗਿਆ ਆਪ ਦੇ ਵਿਚਾਰ ਛੱਡੇ, ਭੌਜਲ ਤਰ ਜਾਓਗੇ ਤੇ ਨਾਮ ਵਿੱਚ ਸਮਾਓਗੇ। ਅਗਲਾ ਨਾਮ ਜਿਹੜਾ ਚੱਲਦਾ ਪੂਰਾ ਪੁਰਖ ਪਾਇਆ ਵਡ ਭਾਗੀ ਸੱਚ ਨਾਮ ਲਿਵ ਲਾਵੇ। ਸੱਚੇ ਨਾਮ ਨਾਲ ਲਿਵ ਜੁੜੂਗੀ। ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ। ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ। ਤੇ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਇਹ ਫਿਰ ਜਿਹੜੀ ਮਤ ਹੈ ਜਦੋਂ ਅੰਤਰਗਤ ਸੁੰਨ ਦੇ ਵਿੱਚ ਜਾ ਕੇ ਜੁੜਦੀ ਹੈ, ਸ਼ਬਦ ਦੇ ਵਿੱਚ ਜਾ ਕੇ ਜੁੜਦੀ ਹੈ, ਤੇ ਇਹ ਮਤ ਜਿਹੜੀ ਹੈ ਇਹਦਾ ਪ੍ਰਗਾਸ ਹੁੰਦਾ। ਪਹਿਲਾ ਮਤ ਕੀ ਸੀ? ਮਲੀਨ, ਕਿਉਂ? ਵਿਚਾਰਾਂ ਤੱਕ ਹੀ ਸੀਮਤ ਸੀਗੀ। ਜਦੋਂ ਫਿਰ ਇਹ ਮਤ ਸੁੰਨ ਦੇ ਵਿੱਚ ਪ੍ਰਵੇਸ਼ ਹੋਈ, ਸੁੰਨ ਦੇ ਵਿੱਚ ਪ੍ਰਵੇਸ਼ ਹੋਣ ਤੇ ਉੱਥੋਂ ਫਿਰ ਅੱਗੇ ਘਨੇਰੇ ਸ਼ਬਦ, ਅਨਹਦ ਬਾਣੀ, ਅੰਮ੍ਰਿਤ ਜਲ ਜਿਹੜਾ ਸਾਡੇ ਅੰਦਰ ਚੱਲਦਾ ਹੈ। ਕਿਉਂਕਿ ਇਹ ਵੇਖੋ ਜੀ, ਹੁਣ ਆਮ ਮੇਰੇ ਤੱਕ ਤਾਂ ਇਹ ਗੱਲ ਨਹੀਂ, ਬਹੁਤ ਸਾਰੇ ਗੁਰਮੁਖਾ ਤੁਹਾਡੇ ਵਿੱਚ ਜਿਹੜੇ ਆਨੰਦ ਮਾਣਦੇ ਪਏ ਆ, ਕੋਈ ਅਨਹਦ ਸ਼ਬਦਾਂ ਤੇ ਆ, ਕੋਈ ਅੰਮ੍ਰਿਤ ਜਲ ਤੇ ਆ, ਤੇ ਇਹ ਜਿਨ੍ਹਾਂ ਦੇ ਫਿਰ ਅੰਦਰ ਅੰਮ੍ਰਿਤ ਜਲ ਉਹ ਨਾਮ ਦੇ ਨਾਲ ਸੁਰਤੀ ਗੰਢੀ ਜਾਂਦੀ ਆ, ਉਹਨਾਂ ਨੂੰ ਕਹਿੰਦੇ ਇਹਨਾਂ ਦੀ ਮਤ ਦਾ ਪ੍ਰਗਾਸ ਹੋ ਗਿਆ। ਮਤ ਪ੍ਰਗਾਸ ਭਈ ਮਨ ਮਾਨਿਆ। ਹੁਣ ਜਿਹੜੇ ਜੀਵ ਨੇ ਉਹਨਾਂ ਦਾ ਅੰਤਰਗਤ ਜਿਨ੍ਹਾਂ ਨੇ ਖੇਡ ਨਹੀਂ ਦੇਖੀ, ਜਾਂ ਅੰਤਰਗਤ ਜਿਨ੍ਹਾਂ ਨੇ ਸ਼ਬਦਾਂ ਦੇ ਅੰਤਰਗਤ ਸੂਖਮ ਵਿੱਚ ਖਜ਼ਾਨੇ, ਜਿਹੜਾ ਸਾਡਾ ਮਾਲਕ ਏ ਦਸਵੇਂ ਘਰ ਦੇ ਵਿੱਚ ਜਿੱਥੇ ਜੋਤ ਪ੍ਰਕਾਸ਼ ਰੂਪ ਹੋ ਕੇ ਬੈਠਾ ਹੈ, ਜਿੱਥੇ ਸਾਡਾ ਅੰਮ੍ਰਿਤ ਜਲ ਏ, ਉਹਨਾਂ ਨੇ ਨਹੀਂ ਦੇਖਿਆ, ਉਹਨਾਂ ਦਾ ਮਨ ਨਹੀਂ ਮੰਨਦਾ। ਉਹ ਸਿਰਫ ਦੁਨਿਆਵੀ ਤੌਰ ਤੇ ਧਰਮ ਦੀ ਰੂਪ ਰੇਖਾ ਨੂੰ ਦੇਖਦੇ ਆ। ਹਾਲਾਂਕਿ ਗੁਰਬਾਣੀ ਦੇ ਵਿੱਚ ਅੰਤਰਗਤ ਜਿਹੜਾ ਪ੍ਰਕਾਸ਼ ਸੱਚ ਨਾਮ ਦੀ ਵਡਿਆਈ ਦੁਨਿਆਵੀ ਤੌਰ ਤੇ ਕੀਤੀ ਹੈ, ਤੇ ਅੰਦਰਲੇ ਧਰਮ ਦੇ ਨਾਲ ਜਿਹੜਾ ਸਭ ਦੇ ਅੰਦਰ ਬੈਠਾ ਹੈ ਉਹਦੇ ਨਾਲ ਜੋੜਿਆ। ਹੁਣ ਅੰਦਰਲੇ ਨਾਲ ਅਸੀਂ ਜੁੜਦੇ ਨਹੀਂ, ਅੰਦਰਲੇ ਨਾਮ ਦੀ ਵਡਿਆਈ ਸਾਨੂੰ ਸਮਝ ਨਹੀਂ ਆਉਂਦੀ। ਸਿਰਫ ਬਾਹਰੀ ਤੌਰ ਤੇ ਅਸੀਂ ਧਾਰਮਿਕ ਕਰਮ ਕਾਂਡ, ਪੂਜਾ ਪਾਠ, ਸ਼ਬਦ ਅਭਿਆਸ, ਵੇਦ ਸ਼ਾਸਤਰ ਕਰ ਰਹੇ, ਤਾਂ ਹੀ ਅਸੀਂ ਸਾਰੇ ਅਲੱਗ-ਅਲੱਗ ਹੋ ਗਏ, ਦੁਬਦਾਵਾਂ ਆ ਗਈਆਂ ਨੇ, ਧੜੇ ਬਣ ਚੁੱਕੇ ਨੇ, ਧਰਮ ਜਾਤ ਮਜ਼ਹਬ ਟੋਲੇ ਬਣ ਚੁੱਕੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਮਤ ਪ੍ਰਗਾਸ ਭਈ ਮਨ ਮਾਨਿਆ। ਫਿਰ ਮਨ ਮੰਨਦਾ ਅੰਦਰ। ਮਨ ਕਦੋਂ ਮੰਨਦਾ ਜੀ? ਸਿਆਣੇ ਹੋ ਤੁਸੀਂ, ਦੱਸੋ ਜੀ, ਕਦੋਂ ਮਨ ਮੰਨਦਾ ਜੀ? ਜਦੋਂ ਕਿ ਮਲਾਪ ਹੋ ਗਈ। ਹਾਂ, ਮਲਾਪ ਦਾ ਕੀ ਨਿਸ਼ਾਨੀ ਹੈ ਜੀ? ਹਾਂ, ਜਦੋਂ ਰਸ ਆਏਗਾ, ਜਦੋਂ ਰਸ ਆਉਂਦੀ ਹੈ ਉਦੋਂ ਫਿਰ ਸਾਡਾ ਮਨ ਮੰਨਦਾ ਹੈ। ਅਚਰ ਚਰੈ ਤਾਂ ਸਿੱਧ ਹੋਏ
ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭਰਮ ਕੱਟਿਆ ਜਾਈ। ਅਚਰ ਭਾਵ ਕਿ ਜਿੰਨੀ ਦੇਰ ਤੱਕ ਅੰਮ੍ਰਿਤ ਜਲ ਨਹੀਂ ਸਾਨੂੰ ਅੰਦਰੋਂ ਆਉਂਦਾ, ਇਹ ਉਸ ਅੰਮ੍ਰਿਤ ਦੇ ਵਿੱਚ ਪਾਵਰ ਹੈ। ਅੰਮ੍ਰਿਤ ਪੀਵੇ ਅਮਰ ਸੋ ਹੋਵੇ। ਜਦੋਂ ਅੰਮ੍ਰਿਤ ਜਲ ਸਾਡੇ ਅੰਦਰੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਸੁਣ ਸੁਣ ਕੇ ਆਟੋਮੈਟਿਕ ਇੱਕ ਉਹ ਸੰਜੀਵਨੀ ਬੂਟੀ ਆ। ਸੰਜੀਵਨੀ ਬੂਟੀ ਜਿਵੇਂ ਹੁੰਦੀ ਨਾ ਵੀ ਜਿਹਨੂੰ ਸੁਣ ਕੇ ਜਿਉਂਦੇ ਮਰੇ ਹੋ ਜਾਂਦੇ ਆ। ਇਧਰੋਂ ਜਿਉਂਦੇ ਭਾਵ ਕਿ ਦੁਨੀਆ ਵਿੱਚ ਜਿਉਂਦੇ ਉਹ ਮਰ ਜਾਂਦੇ ਆ, ਠੀਕ ਹੈ ਜੀ। ਫਿਰ ਇਧਰੋਂ ਜਿਹੜਾ ਮਰ ਗਿਆ ਉਹਨੂੰ ਉਧਰ ਜਿਉਂਦਾ ਗਿਣਿਆ ਜਾਂਦਾ ਹੈ। ਇਸ ਕਰਕੇ ਸੰਜੀਵਨੀ ਬੂਟੀ ਜਦੋਂ ਲਕਸ਼ਮਣ ਆਪਾਂ ਦੇਖਦੇ ਹਾਂ ਵੀ ਮੂਰਛਤ ਹੋ ਜਾਂਦਾ ਹੈ, ਭਾਵ ਕਿ ਬੇਹੋਸ਼ ਹੋ ਜਾਂਦਾ ਹੈ, ਮਰਨ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ, ਕੋਮਾ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ, ਉਹਨੂੰ ਸੰਜੀਵਨੀ ਬੂਟੀ ਸੰਘਾਈ ਜਾਂਦੀ ਹੈ, ਉਹ ਫਿਰ ਜਿਉਂਦਾ ਹੋ ਜਾਂਦਾ। ਇਸ ਤਰ੍ਹਾਂ ਜਦੋਂ ਅਸੀਂ ਇੱਧਰ ਤਾਂ ਜਿਉ ਰਹੇ ਹਾਂ ਪਰ ਮਾਲਕ ਦੇ ਦੇਸ਼ ਵਿੱਚ ਮਰੇ ਹੋਏ ਹਾਂ। ਤੁਸੀਂ ਇੱਥੇ ਤਾਂ ਜਿਉਂਦੇ ਹੋ ਤੇ ਆਪ ਹੀ ਆਪਾਂ ਮੂੰਹ ਕਹਿ ਦਿੰਦੇ ਹਾਂ ਵੀ ਸੁੱਤਾ ਮਰਿਆ ਤਾਂ ਇੱਕ ਬਰਾਬਰ ਹੈ ਜੀ, ਉੱਥੇ ਮਰ ਜਾਂਦੇ ਹੋ, ਤੁਹਾਨੂੰ ਕੋਈ ਪਤਾ ਨਹੀਂ ਕਿੱਥੇ ਅਸੀਂ ਚਲੇ ਗਏ। ਫਿਰ ਇੱਧਰੋਂ ਮਰ ਜਾਣਾ ਹੈ ਤੇ ਉੱਧਰ ਜਿਉਂ ਜਾਣਾ, ਕਿਉਂਕਿ ਇਸ ਖੇਲ ਦਾ ਪਤਾ ਲੱਗ ਗਿਆ ਕਿ ਮਾਇਆ ਖਿਡਾਉਂਦੀ ਪਈ ਹੈ। ਇੱਧਰ ਸੁਰਤੀ ਦੁਆਰਾ ਧਿਆਨ ਦੁਆਰਾ ਖੇਲਾਂਗੇ ਤੇ ਜਦੋਂ ਅੰਮ੍ਰਿਤ ਆ ਗਿਆ, ਨਾਮ ਸੁਣਨ ਲੱਗ ਗਿਆ, ਉੱਧਰ ਜਿੰਦਾ ਹੋ ਜਾਊਗਾ ਮਨ ਤੇ ਮਨ ਮੰਨੇਗਾ, ਮਤ ਪ੍ਰਗਾਸ ਹੋ ਜਾਏਗੀ, ਮਨ ਮੰਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ। ਫਿਰ ਉਹ ਪ੍ਰਭ ਜਿੰਦੀ ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਿਹਾ, ਚੱਕਰ ਚ ਨਰਬਰਨ ਜਾਤ ਹਰਪਾਤ ਨਹੰਜੇ, ਰੂਪ ਰੰਗਰ ਰੇਖ ਭੇਖ ਕੋ ਕਹਿ ਨਾ ਸਕਦੇ, ਅਚਲ ਮੂਰਤਨ ਭਉ ਪ੍ਰਕਾਸ਼। ਉਹ ਪ੍ਰਕਾਸ਼ ਰੂਪੀ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਉਹ ਤ੍ਰੈ ਗੁਣਾ ਤੋਂ ਭਿੰਨ ਪ੍ਰਭ, ਉਹ ਪ੍ਰਕਾਸ਼ ਰੂਪੀ ਪ੍ਰਭ ਦੇਖਿਆ ਤੇ ਕਹਿੰਦੇ ਨਾਨਕ ਪ੍ਰਭ ਪਾਇਆ। ਪ੍ਰਭ ਹੁਣ ਕਿਹੜਾ ਹੈ ਜੀ? ਪ੍ਰਕਾਸ਼ ਰੂਪ ਪ੍ਰਭ ਹੈ, ਇੱਥੇ ਕੋਈ ਆਕਾਰ ਨਹੀਂ। ਕਿਵੇਂ ਪਾਇਆ? ਕਹਿੰਦੇ ਸ਼ਬਦ ਮਿਲਾਇਆ। ਇਹ 776 ਅੰਗ ਤੇ 775 ਤੇ 776 ਅੰਗ ਤੇ ਤੁਸੀਂ ਵਿਚਾਰ ਕਰਨੀ ਆ, ਸੂਹੀ ਰਾਗ ਵਿੱਚ ਆ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ। ਕਿਹੜੇ ਸ਼ਬਦ ਨੇ? ਇਹ ਅੰਤਰਗਤ ਜਿਹੜਾ ਸ਼ਬਦ ਹੈ ਉਹ ਪ੍ਰਕਾਸ਼ ਤੱਕ ਲੈ ਕੇ ਜਾਂਦਾ ਹੈ। ਇਹ ਸ਼ਬਦ ਦਾ ਜਾਪ ਸਾਨੂੰ ਅੰਤਰਗਤ ਆਸਣ ਲਵਾਉਂਦਾ ਹੈ, ਉਸ ਤੋਂ ਬਾਅਦ ਅਨਹਦ ਨਾਦ ਚੱਲਦਾ ਹੈ, ਉਹ ਸਾਨੂੰ ਪ੍ਰਕਾਸ਼ ਤੱਕ ਲੈ ਕੇ ਜਾਂਦਾ ਹੈ, ਉਸ ਮਾਲਕ ਤੱਕ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਇਆ। ਹੁਣ ਜੋਤੀ ਕਿਹੜੀ ਆ ਜੀ? ਮਨ ਦੀ ਜੋਤ। ਮਨ ਦੀ ਜੋਤੀ ਉਹ ਬ੍ਰਹਮ ਜੋਤ ਦੇ ਵਿੱਚ ਜਾ ਕੇ ਮਿਲ ਗਈ, ਠੀਕ ਹੈ। ਇਸ ਕਰਕੇ ਇਹ ਅੰਤਰਗਤ ਦੀ ਖੇਲ ਹੈ, ਜਿਹਨੂੰ ਫਿਰ ਉਸ ਤੋਂ ਬਾਅਦ ਅਗਲੇ ਸ਼ਬਦ ਵਿੱਚ ਮਹਾਰਾਜ ਕਹਿੰਦੇ, ਜਦੋਂ ਇਸ ਤਰ੍ਹਾਂ ਹੋਇਆ, ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਹਉ ਮਨ ਤਨ ਦੇਵਾਂ ਸਤਿਗੁਰੇ, ਮੈਂ ਮੇਲੇ ਪ੍ਰਭ ਗੁਣ ਤਾਸੇ, ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ, ਵਡਭਾਗੀ ਹਰ ਪਾਇਆ, ਜਨ ਨਾਨਕ ਨਾਮ ਵਗਾਸੇ। ਕਹਿੰਦੇ ਬਲਿਹਾਰੇ ਜਾਂਦੇ ਆ ਸਾਡੇ ਉਸ ਗੁਰਮੁਖ ਪਿਆਰੇ ਤੇ। ਗੁਰ ਸੰਤ ਜਨੋਂ, ਗੁਰਮੁਖ ਤੇ ਸੰਤਾਂ ਤੋਂ ਬਲਿਹਾਰੇ ਜਾਂਦੇ ਆ। ਇੱਥੇ 2 ਪੁਆਇੰਟ ਦੱਸਿਆ। ਗੁਰ ਕਹਿ ਦਿੱਤਾ ਸਾਧੂ ਸੰਤ ਜਿਨਨੇ ਪ੍ਰੈਕਟੀਕਲ ਕਰਵਾਇਆ, ਤੇ ਸੰਤ ਹੁੰਦੇ ਨੇ ਜਿਵੇਂ ਇੱਕ ਸੰਗਤ ਦੇ ਵਿੱਚ ਇੱਕ ਲੀਡਿੰਗ ਕਰਦਾ ਹੈ, ਜਿਹੜਾ ਮੇਨ ਤੌਰ ਤੇ ਸਾਨੂੰ ਦੱਸਦਾ ਹੈ ਵੀ ਆਹ ਤੁਸੀਂ ਕਰਨਾ, ਇਸ ਤਰ੍ਹਾਂ ਪ੍ਰੈਕਟੀਕਲ ਕਰਨਾ ਹੈ, ਨਾਮ ਨਿਧਾਨ ਦੇ ਵਿੱਚ ਸਮਾਉਣਾ ਹੈ, ਤਰੀਕੇ ਜੁਗਤ ਦ੍ਰਿਸ਼ਟੀ ਦਿੰਦਾ ਹੈ, ਉਹ ਤਾਂ ਹੋ ਗਿਆ ਗੁਰ। ਤੇ ਸੰਤ ਜਿਹੜੇ ਉਹਦੀ ਅਗਵਾਈ ਦੇ ਵਿੱਚ ਬੈਠਦੇ ਆ। ਜਿਵੇਂ ਹੁਣ ਇੱਕ ਦੱਸ ਰਿਹਾ ਤੇ ਆਪ 50 ਗੁਰਮੁਖ ਬੈਠੇ ਆ, 100 ਬੈਠੇ ਆ, 200 ਬੈਠੇ ਆ, 500 ਬੈਠੇ ਆ, 1000 ਬੈਠੇ ਆ, ਇਹ ਸਾਰੇ ਸੰਤ ਨੇ। ਜਦੋਂ ਨਾਮ ਦੀ ਅਸੀਂ ਵਡਿਆਈ ਸੁਣਦੇ ਤੇ ਇਹ ਸਾਰਿਆਂ ਦੀਆਂ ਸੁਰਤੀਆਂ ਜਦੋਂ ਫਿਰ ਇਕੱਠੀਆਂ ਹੋ ਕੇ ਸੁਣਦੀਆਂ ਨੇ, ਉਹਦੇ ਵਿੱਚ ਬਲ ਬਣਦਾ। ਆਪਾਂ ਸਾਰਿਆਂ ਨਾਲ ਮਿਲ ਕੇ ਵਿਚਾਰਾਂ ਕਰਦੇ ਆ, ਸ਼ਬਦ ਦਾ ਅਭਿਆਸ ਕਰਦੇ ਆ, ਸਾਡੇ ਮਨ ਦੇ ਵਿੱਚ ਇੱਕ ਜਲ ਅੰਮ੍ਰਿਤ ਬਣਦਾ ਹੈ, ਸਾਡੇ ਤੇ ਕਿਰਪਾ ਛੇਤੀ ਹੁੰਦੀ ਆ। ਜਦੋਂ ਫਿਰ ਮਿਲਾਪ ਹੋਇਆ, ਫਿਰ ਇੱਧਰ ਆਣ ਕੇ ਉਸਤਤ ਕਰਨ ਲੱਗੇ। ਜਦੋਂ ਸੂਖਮ ਦੇ ਵਿੱਚ ਮਿਲਿਆ ਨਾ ਖੇਲ, ਤੇ ਕੀ ਕਹਿੰਦੇ? ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸਬਦ ਗਮਨ। ਹੁਣ ਇੱਥੇ ਆਣ ਕੇ ਫਿਰ ਕਹਿੰਦੇ ਵੀ ਬਲਿਹਾਰੇ ਜਾਂਦੇ ਆ, ਗੁਰ ਸੰਤ ਜਨੋਂ ਪਿਆਰਾ। ਕਹਿੰਦੇ ਇਹ ਸੰਤ ਤੇ ਉਹ ਗੁਰਮੁਖ ਬੜਾ ਪਿਆਰਾ। ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ, ਮੈਨੂੰ ਮਿਲਿਆ। ਕਹਿੰਦੇ ਜੀ ਵੱਡੇ ਭਾਗ ਕੋ ਸਾਡੇ ਪੂਰਬਲੇ ਭਾਗ ਸੀ। ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਹਉ ਮਨ ਤਨ ਦੇਵਾਂ ਸਤਿਗੁਰੇ, ਮੈਂ ਮੇਲੇ ਪ੍ਰਭ ਗੁਣ ਤਾਸੇ। ਉਹਨੂੰ ਸਤਿਗੁਰ ਦੇ ਨਾਲ ਵੀ ਨਵਾਜਿਆ। ਕਹਿੰਦੇ ਮੈਂ ਤਾਂ ਉਹਨੂੰ ਮਨ ਤਨ ਦੇਣਾ ਜੀ ਆਪਦਾ, ਜਿਹਨੇ ਸਾਨੂੰ ਵਿਛੜਿਆਂ ਨੂੰ ਮਿਲਾ ਦਿੱਤਾ ਹੈ, ਸਾਡੇ ਨਿਧਾਨ ਪ੍ਰਗਟ ਕਰ ਦਿੱਤਾ ਹੈ। ਹਉ ਮਨ ਤਨ ਦੇਵਾਂ ਸਤਿਗੁਰੇ, ਮੈਂ ਮੇਲੇ ਪ੍ਰਭ ਗੁਣ ਤਾਸੇ, ਧੰਨ ਧੰਨ ਗੁਰੂ ਵੱਡ ਪੁਰਖ ਹੈ। ਕਹਿੰਦੇ ਧੰਨ ਹੈ ਉਹ ਗੁਰੂ ਜਿਹਨੇ ਸਾਨੂੰ ਭੇਤ ਦਿੱਤਾ, ਵੱਡ ਪੁਰਖ ਹੈ ਜੀ। ਇੱਕ ਪੁਰਖ ਹੁੰਦਾ ਹੈ, ਇੱਕ ਵੱਡ ਪੁਰਖ ਹੁੰਦਾ ਹੈ। ਇਸ ਤਰ੍ਹਾਂ ਹੀ ਇੱਕ ਹੰਸ, ਇੱਕ ਵੱਡ ਹੰਸ ਜਾਂ ਪਰਮ ਹੰਸ ਆਪਾਂ ਉਹਨੂੰ ਕਹਿ ਦਿੰਦੇ ਹਾਂ।
ਇਸ ਤਰੀਕੇ ਉਹ ਵੱਡ ਪੁਰਖ ਹੁੰਦੇ ਨੇ ਜਿਹੜੀਆਂ ਸਾਡੀਆਂ ਤੁਰਤੀਆਂ ਸੁਰਤੀਆਂ ਨੂੰ ਮਿਲਾ ਦਿੰਦੇ ਆ, ਸਾਨੂੰ ਨਿਧਾਨ ਨਾਲ ਜੋੜ ਦਿੰਦੇ ਆ, ਸਾਨੂੰ ਨਾਮ ਨਾਲ ਜੋੜ ਦਿੰਦੇ ਆ। ਉਹ ਵੱਡ ਪੁਰਖ ਹੁੰਦੇ ਆ, ਆਮ ਪੁਰਖ ਨਹੀਂ ਹੁੰਦੇ। ਪਰ ਸਾਡੇ ਤਰ੍ਹਾਂ ਹੀ ਉਹ ਇਨਸਾਨੀ ਸਰੀਰ ਵਿੱਚ ਰਹਿੰਦੇ ਨੇ। ਇਨਸਾਨੀ ਸਰੀਰ ਨੂੰ ਪੁਰਖ ਨਹੀਂ ਕਿਹਾ ਗਿਆ ਗੁਰਬਾਣੀ ਦੇ ਵਿੱਚ, ਇਨਸਾਨੀ ਸਰੀਰਾਂ ਨੂੰ ਪੁਰਖ ਨਹੀਂ ਕਿਹਾ ਗਿਆ। ਇੱਥੇ ਮਨ ਦੀ ਅਵਸਥਾ ਦੇਖ ਕੇ ਉਹਨੂੰ ਪੁਰਖ ਜਾਂ ਵੱਡ ਪੁਰਖ ਕਿਹਾ ਜਾਂਦਾ ਹੈ। ਗੁਰਬਾਣੀ ਸਾਰੀ ਮਨ ਉੱਤੇ ਚੱਲਦੀ ਹੈ। ਪੁਰਖ ਹੋਏ ਜਿਹੜਾ ਮੰਨ ਕੇ ਇਸ ਰਸਤੇ ਉੱਤੇ ਚੱਲਣ ਲੱਗ ਗਿਆ, ਤੇ ਵੱਡ ਪੁਰਖ ਹੋਏ ਜਿਨੇ ਉਸ ਰਸਤੇ ਨੂੰ ਮੰਨ ਕੇ ਚੱਲ ਕੇ ਤੇ ਪ੍ਰਾਪਤੀ ਕਰ ਲਈ ਹੈ। ਫਿਰ ਕਹਿੰਦੇ ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸ਼ਾਬਾਸ਼ੀ। ਕਹਿੰਦੇ ਸ਼ਾਬਾਸ਼ ਕਰਦੇ ਹਾਂ ਅਸੀਂ ਉਹਨਾਂ ਨੂੰ, ਵਾਰ-ਵਾਰ ਉਹਦੇ ਤੋਂ ਬਲਿਹਾਰੇ ਜਾਂਦੇ ਹਾਂ। ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਗਾਸੇ। ਸਾਡੇ ਅੰਦਰ ਨਾਮ ਦਾ ਪ੍ਰਗਾਸ ਹੋ ਗਿਆ। ਕਿਹੜਾ ਨਾਮ? ਦੁਨਿਆਵੀ ਤੌਰ ਤੇ ਤਾਂ ਨਾਮ ਸਾਰੇ ਜਪ ਲੈਂਦੇ ਨੇ, ਪਰ ਵਿਰਲਿਆਂ ਦੇ ਅੰਦਰ ਉਹ ਨਾਮ ਦਾ ਪ੍ਰਗਾਸ ਹੁੰਦਾ ਹੈ। ਫਿਰ ਅੱਗੇ ਉਹਦੀ ਉਸਤਤ ਕਰਦੇ ਆ, ਕਹਿੰਦੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾਂ। ਕਹਿੰਦੇ ਅਕਾਲ ਪੁਰਖ ਦਾ ਪਿਆਰਾ ਮਿਲਿਆ ਜੀ ਸਾਨੂੰ। ਖੇਲ ਹੀ ਸਾਰੀ ਗੁਰਮੁਖ ਤੇ ਲੈ ਆਏ ਵੀ ਸਾਡੇ ਵਾਸਤੇ ਗੱਲ ਨਹੀਂ। ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾਂ, ਘਰ ਆਵੋ ਚਿਰੀ ਵਿਸ਼ੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾਂ। ਹੁਣ ਤੁਝ ਬਾਜੋਂ ਖਰੀ ਉਡੀਣੀਆਂ ਜਿਉ ਜਲ ਬਿਨ ਮੀਨ ਮਰਾਹਾਂ, ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾ। ਕਹਿੰਦੇ ਗੁਰੂ ਸੱਜਣ ਪਿਆਰਾ ਮਿਲਿਆ, ਤੇ ਜਿਹੜੀ ਚਿੱਠੀ ਤੋਂ ਜਿਹੜੇ ਨਾਮ ਤੋਂ ਸਾਡੀ ਸੁਰਤੀ ਵਿਛੜੀ ਹੋਈ ਸੀ ਨਾ ਜੀ, ਕਹਿੰਦੇ ਉਸ ਚਿੱਠੀ ਦੇ ਨਾਲ, ਉਸ ਨਾਮ ਦੇ ਨਿਧਾਨ ਦੇ ਨਾਲ ਸਾਨੂੰ ਉਸ ਵੱਡ ਪੁਰਖ ਨੇ ਮਿਲਾ ਦਿੱਤਾ। ਤੇ ਕਹਿੰਦੇ ਤੇਰੇ ਤੋਂ ਬਾਅਦ ਉਹਨਾਂ ਵਰਾਗੀ ਹੋ ਗਏ, ਗੁਰਮੁਖਾਂ ਦੇ ਨਾਲ ਪਿਆਰ ਪੈ ਗਿਆ। ਇਹ ਗੁਰਮੁਖਾਂ ਦੇ ਨਾਲ ਇੱਕ ਅਧਿਆਤਮਕ ਪਿਆਰ ਪੈਂਦਾ ਹੈ। ਜਿਵੇਂ ਵੇਖੋ ਆ ਹੁਣ ਇਸ ਟਾਈਮ ਵਾਇਰਸ ਚੱਲਦਾ ਪਿਆ ਨਾ, ਹਰ ਇੱਕ ਨੂੰ ਇਹ ਹੈ ਵੀ ਮੇਰਾ ਪਰਿਵਾਰ ਇਕੱਠਾ ਰਵੇ। ਮੰਨ ਲਓ ਵੀ ਕਿਸੇ ਦਾ ਪਰਿਵਾਰ, ਕੋਈ ਬੇਟੀ ਜਾਂ ਬੇਟਾ ਜਾਂ ਮਾਤਾ ਜਾਂ ਪਿਤਾ ਕਿਤੇ ਜੇ ਬਾਹਰ ਫਸ ਜਾਏ, ਜਿਵੇਂ ਹੁਣ ਕਰਫਿਊ ਲੱਗਾ, ਪੰਜਾਬ 'ਚ ਲੱਗਾ, ਮਹਾਰਾਸ਼ਟਰ ਲੱਗਾ, ਸਾਰੇ ਪਾਸੇ ਲੱਗਾ, ਪਲੇਨ ਬੰਦ ਨੇ, ਕੋਈ ਬਾਹਰ ਰਹਿ ਗਿਆ, ਕੋਈ ਇੱਥੇ ਰਹਿ ਗਿਆ, ਤੇ ਸਾਨੂੰ ਇੱਕ ਮਹਿਸੂਸ ਹੋਏਗਾ ਕਿ ਵੀ ਸਾਡੇ ਪਰਿਵਾਰ ਦਾ ਮੈਂਬਰ ਜਾਂ ਮੇਰਾ ਬੱਚਾ ਜਾਂ ਮੇਰੀ ਘਰ ਵਾਲੀ ਜਾਂ ਮੇਰਾ ਪਿਓ ਮਾਂ ਵੀ ਅਲੱਗ ਹੈ। ਉਹ ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਵਿਰਾਗ ਕਰਦੇ ਹਾਂ, ਅਸੀਂ ਉਹਦੇ ਲਈ ਜੋਦੜੀਆਂ ਕਰਾਂਗੇ। ਤੇ ਇੱਕ ਹੁੰਦਾ ਹੈ ਜੀ ਚਲੋ ਠੀਕ ਆ, ਇੱਕ ਕੋਈ ਰਿਸ਼ਤੇਦਾਰ ਐਸਾ ਵੀ ਜਦੋਂ ਖੁੱਲੇਗਾ, ਨਾਰਮਲ ਹੋਏਗਾ, ਮਿਲ ਲਾਂਗੇ। ਐਸਿਆਂ ਨੂੰ ਅਸੀਂ ਇਹ ਵੀ ਕਹਿ ਦਿੰਦੇ ਹਾਂ ਜੀ 31 ਮਾਰਚ ਤੱਕ, 15 ਅਪ੍ਰੈਲ ਤੱਕ ਨਾ ਆਇਓ ਜੀ। ਇੱਕ ਹੋਏ ਗੁਰਮੁਖ ਦੇ ਨਾਲ ਜਿਹੜਾ ਪਿਆਰ ਹੁੰਦਾ ਹੈ, ਉਹ ਮਾਨਸਿਕ ਤੌਰ ਤੇ, ਮਨ ਦੇ ਤੌਰ ਤੇ, ਮਾਨਸਿਕ ਹੋ ਗਿਆ, ਮਨ ਦੇ ਤੌਰ ਤੇ ਪਿਆਰ ਹੁੰਦਾ ਹੈ। ਬਾਹਰਲੀ ਰਿਲੇਬਿਲਿਟੀਜ਼ ਦੇ ਨਾਲ ਨਹੀਂ ਉਹਨੂੰ ਪਿਆਰ ਹੁੰਦਾ, ਉਹ ਤਾਂ ਕਾਮਯਾਬ ਹੈ। ਇੱਥੇ ਉਹੀ ਪਿਆਰ ਦੱਸਿਆ, ਗੁਰ ਸੱਜਣ ਪਿਆਰਾ ਮੈਂ ਮਿਲਿਆ। ਤੇ ਜਿਹੜਾ ਅਸੀਂ ਦੁਨਿਆਵੀ ਤੌਰ ਦੇ ਨਾਲ ਹੀ ਸਿਰਫ ਗੁਰਮੁਖ ਨਾਲ ਪਿਆਰ ਕਰਦੇ ਹਾਂ, ਉਹ ਸਤੋਗੁਣੀ ਪਿਆਰ ਹੈ, ਉਹਦੇ ਵਿੱਚੋਂ ਪ੍ਰਾਪਤੀ ਨਹੀਂ ਹੁੰਦੀ। ਇਹੀ ਪਿਆਰ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਨਾਲ ਹੋਇਆ, ਗੁਰੂ ਅਮਰਦਾਸ ਜੀ ਨੂੰ ਲਹਿਣਾ ਜੀ ਨਾਲ ਹੋਇਆ, ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨਾਲ ਹੋਇਆ। ਇਹ ਜਿਹੜਾ ਮਾਨਸਿਕ ਪਿਆਰ ਹੈ, ਇਹਦੇ ਵਿੱਚ ਫਿਰ ਗੁਰਮੁਖ ਪਾਸੋਂ ਦੁੱਖ ਸੁੱਖ ਮਿਲੇ, ਘਾਟਾ ਨਫਾ ਮਿਲੇ, ਉਹ ਕੋਈ ਚੀਜ਼ਾਂ ਮੈਂ ਨਹੀਂ ਰੱਖਦੀਆਂ। ਮਾਨਸਿਕ ਪਿਆਰ ਜਦੋਂ ਸਾਡਾ ਹੋ ਜਾਂਦਾ ਹੈ, ਮਨ ਕਰਕੇ ਜਦੋਂ ਸਾਧੂ ਨਾਲ ਜੁੜ ਜਾਂਦੇ ਆ, ਫਿਰ ਸਾਧੂ ਸਰੀਰ ਕਰਕੇ ਛੱਡ ਕੇ ਚਲਾ ਜਾਵੇ, ਕਰੋੜਾਂ ਮੀਲ ਦੂਰ ਬੈਠਾ ਹੋਵੇ, ਸੱਚਖੰਡ ਬੈਠਾ ਹੋਵੇ, ਉਹ ਸਾਡੇ ਨਾਲ ਹੁੰਦਾ ਹੈ। ਤੇ ਗੁਰਮੁਖਾਂ ਨੇ ਇੰਨਾ ਪਿਆਰ ਪਾ ਲਿਆ ਕਿ ਸਾਧੂ ਹੀ ਉਹਨਾਂ ਦੇ ਮਨ ਦੇ ਵਿੱਚੋਂ ਆ ਕੇ ਬੋਲਣ ਲੱਗੇ। ਜਦੋਂ ਅਸੀਂ ਕਿਸੇ ਬਿਪਤਾ ਵਿੱਚ ਹੋਈਏ ਤੇ ਜਿਹੜਾ ਸਾਡਾ ਪਿਆਰਾ ਹੈ, ਜਦੋਂ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ, ਕੋਈ ਬਿਪਤਾ ਹੈ, ਕੋਈ ਵਿਚਾਰ ਫਸ ਗਿਆ, ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਮਨ ਦੇ ਵਿੱਚੋਂ ਵਿਚਾਰ ਲਵਾਂਗੇ ਨਾ ਵੀ ਇਹਦਾ ਹੱਲ ਕੀ ਹੋਵੇ, ਉਹ ਜਿਹੜਾ ਸਾਡਾ ਪਿਆਰਾ ਹੋਏਗਾ, ਸਾਧੂ ਹੋਏਗਾ, ਸਾਡੇ ਮਨ ਚੋਂ ਹੀ ਬੋਲੇਗਾ ਵੀ ਇਹਦਾ ਆਹ ਕਰ ਲਓ। ਕਿਉਂ? ਕਿਉਂਕਿ ਵਸਿਆ ਹੋਇਆ, ਉਹ ਵਸਿਆ ਹੋਇਆ। ਜਿਵੇਂ ਮਾਲਕ ਵਸਿਆ ਹੋਇਆ ਨਾ, ਇਸ ਤਰ੍ਹਾਂ ਫਿਰ ਜਿਹੜਾ ਗੁਰਮੁਖ ਹੈ ਉਹ ਵੀ ਚਾਰੇ ਪਾਸੇ ਵਸਿਆ ਹੁੰਦਾ। ਤੇ ਜਾਂ ਤਾਂ ਮਾਲਕ ਸਹਾਈ ਹੈ, ਤੇ ਜਾਂ ਜਿਹਨੇ ਮਾਲਕ ਨਾਲ ਮਿਲਾਇਆ ਉਹ ਸਹਾਈ। ਤੇ ਸਭ ਤੋਂ ਪਹਿਲਾਂ ਉਹਦਾ ਨੰਬਰ ਲਾਉਂਦੇ ਨੇ ਗੁਰਬਾਣੀ ਵਿੱਚ, ਜਿਹਨੇ ਮਾਲਕ ਦੇ ਨਾਲ ਮਿਲਾਇਆ। ਤੇ ਇਸ ਕਰਕੇ ਕਹਿੰਦੇ ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ। ਨਾ ਤਾਂ ਜਿਨ੍ਹਾਂ ਨੇ ਗੁਰਮੁਖ ਨੂੰ ਬੁੱਝਿਆ, ਨਾ ਨਾਮ ਨੂੰ ਬੁੱਝਿਆ, ਤੇ ਮਰ ਜਨਮ ਦੇ ਵਿੱਚ ਹੈਗੇ ਆ, ਜਨਮ ਮਰਨ ਆਉਣ ਜਾਣ ਦੇ ਵਿੱਚ ਹੈਗੇ ਆ। ਜਦੋਂ ਅਸੀਂ ਰੱਬ ਨੂੰ ਬੁੱਝਦੇ ਹਾਂ ਉਦੋਂ ਪੁੱਛਦੇ ਹਾਂ ਜਦੋਂ ਗੁਰਮੁਖ ਨੂੰ ਪੁੱਛਦੇ ਹਾਂ। ਤੇ ਜਦੋਂ ਗੁਰਮੁਖ ਦੇ ਰਾਹੀਂ ਅਸੀਂ ਰੱਬ ਨੂੰ ਮਿਲ ਲੈਂਦੇ ਹਾਂ ਤੇ ਦੁਬਾਰਾ ਫਿਰ ਅਸੀਂ ਗੁਰਮੁਖ ਪਾਸੇ ਵੇਖਦੇ ਹਾਂ, ਤੇ ਗੁਰਮੁਖ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਨਿਰਗੁਣ ਹੀ ਸਰਗੁਣ ਤੋਂ ਰੂਪ ਧਾਰਨ ਕਰਕੇ ਆਇਆ ਹੋਇਆ। ਆਜ ਕੁਝ ਦਿਨ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਇੱਕ ਅਵਸਥਾ ਦੇ ਵਿੱਚ ਫਿਰ ਕਹਿੰਦੇ ਆ ਵੀ ਜਦੋਂ ਸਾਨੂੰ ਉਹਨਾਂ ਨੂੰ ਚਾਉ ਪੈ ਗਿਆ ਕਿ ਸਾਨੂੰ ਗੁਰੂ ਨੇ, ਵੱਡ ਪੁਰਖ ਨੇ ਸਾਨੂੰ ਬੁਲਾਇਆ, ਤੇ ਉਸ ਤੋਂ ਬਾਅਦ ਉਹਨਾਂ ਜਿਵੇਂ ਉਸਤਤ ਮਾਲਕ ਦੀ ਕੀਤੀ ਉਵੇਂ ਉਹਦੀ ਕੀਤੀ, ਤੇ ਕਹਿੰਦੇ ਅਸੀਂ ਤੁਹਾਨੂੰ ਆਪਾ ਸੌਂਪਦੇ ਹਾਂ। ਤੇ ਆਓ ਫਿਰ ਥੋੜਾ ਜਿਹਾ ਆਪਾਂ ਅਭਿਆਸ ਕਰੀਏ, ਫਿਰ ਅਗਲੀ ਕਹਾਣੀ ਦੇ ਵਿੱਚ ਆਪਾਂ ਚੱਲਦੇ ਹਾਂ।
ਵੀ ਅੱਗੇ ਫਿਰ ਜਦੋਂ ਉਹਨਾਂ ਨੇ ਪ੍ਰਾਪਤੀ, ਪਹਿਲਾਂ ਤਾਂ ਆਪਾਂ ਵੇਖਿਆ ਨਾ ਪ੍ਰਾਪਤੀ ਨਹੀਂ ਕੀਤੀ ਤੇ ਕਿੱਥੋਂ ਤੱਕ ਗਏ। ਫਿਰ ਭਵਜਲ ਦੇ ਵਿੱਚੋਂ ਕਿਰਪਾ ਹੋਈ ਅਸੀਂ ਸੰਗਤ ਤੱਕ ਆਏ, ਸੰਗਤ ਦੇ ਵਿੱਚ ਆ ਕੇ ਸਾਨੂੰ ਜੋੜਿਆ ਗਿਆ ਤੇ ਫਿਰ ਅਸੀਂ ਪ੍ਰਾਪਤੀ ਕਰਨ ਦਾ ਤਰੀਕਾ ਕੀ ਹੈ, ਨਾਮ ਨਿਧਾਨ ਤੱਕ ਕਿਵੇਂ ਮਿਲੇ। ਫਿਰ ਉਹ ਮਾਲਕ ਦੀ ਉਸਤਤ ਕਰਦੇ ਨੇ, ਜੋਤੀ ਜੋਤ ਰਲਦੀ ਹੈ, ਫਿਰ ਉਹ ਗੁਰਮੁਖ ਦੀ ਉਸਤਤ ਕਰਦੇ ਨੇ। ਉਸ ਤੋਂ ਬਾਅਦ ਫਿਰ ਜਦੋਂ ਕਹਿੰਦੇ ਤੁਹਾਨੂੰ ਪ੍ਰਾਪਤੀ ਹੋ ਗਈ, ਫਿਰ ਜੀਵਨ ਆਪਾਂ ਕਿਵੇਂ ਬਿਤਾਉਣਾ, 2-4 ਮਿੰਟ ਆਪਾਂ ਇਹੀ ਉਸਤਤ ਕਰਕੇ ਪਹਿਲਾਂ ਸਿਮਰਨ ਅਭਿਆਸ ਕਰ ਲਓ ਤੇ ਫਿਰ ਆਪਾਂ ਜਿਹੜਾ ਹੈਗਾ ਇੱਧਰ ਜੁੜਦੇ ਹਾਂ। ਸ਼ਬਦ ਗੁਰਮੁਖ ਜਿਹੜੇ ਆਨਲਾਈਨ ਜੁੜੇ ਹੋਏ ਨੇ, ਸੋ ਉਹਨਾਂ ਤੋਂ ਆਪਾਂ ਸਵਾਲ ਜਵਾਬ ਲੈਂਦੇ ਹਾਂ। ਤੇ ਆਓ ਫਿਰ ਆਪਾਂ ਥੋੜ੍ਹਾ ਜਿਹਾ ਅਭਿਆਸ ਕਰੀਏ ਸਾਰੇ ਗੁਰਮੁਖ ਪਿਆਰੇ। ਉੱਚੀ ਆਵਾਜ਼ ਦੇ ਵਿੱਚ ਗੁਰਮੰਤਰ ਦਾ ਅਭਿਆਸ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਿਲਾਪ ਹੋਇਆ, ਮਿਲਾਪ ਦੇ ਨਾਲ ਦੱਸਦੇ ਆ, ਕਹਿੰਦੇ ਜਦੋਂ ਮਿਲਾਪ ਹੋ ਜਾਵੇ, ਨਿਧਾਨ ਮਿਲ ਜਾਵੇ, ਸੰਸਾਰ ਦੇ ਵਿੱਚ ਫਿਰ ਨਿਮਾਣਾ ਹੋ ਕੇ ਰਹਿਣਾ ਬੜਾ ਜ਼ਰੂਰੀ ਉਪਦੇਸ਼ ਕੀਤਾ ਹੈ। ਕਹਿੰਦੇ ਸੁਣ ਬਾਬਰੇ ਮਤ ਜਾਣੈ ਪ੍ਰਭ ਮੈਂ ਪਾਇਆ। ਬੋਲੋ ਕਿੱਡਾ ਵੱਡਾ ਰਤਨ ਹੈ। ਬਾਬਰੇ ਕਹਿੰਦੇ ਵੀ ਚੱਲਿਆ, ਕਿਰਪਾ ਹੋ ਗਈ ਤੇਰੇ ਤੇ, ਮਾਲਕ ਤੈਨੂੰ ਮਿਲ ਗਿਆ, ਪਰ ਕੀ ਕਹਿੰਦੇ ਸੁਣ ਬਾਬਰੇ ਮਤ ਜਾਣ, ਮਤ ਜਾਣੈ ਪ੍ਰਭ ਮੈਂ ਪਾਇਆ। ਇਹ ਨਾ ਸੋਚ ਲਈ ਕਿਤੇ ਤੂੰ ਪਾ ਲਿਆ ਰੱਬ ਨੂੰ, ਵੀ ਆ ਤੇਰੇ ਕਰਕੇ ਮਿਲ ਗਿਆ। ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥੀਓ ਰੇਣ ਜਿੰਨੀ ਪ੍ਰਭ ਤੇ ਆਇਆ। ਉਹਨਾਂ ਦੀ ਰੇਣ ਹੋ ਜਾ ਜਿਨ੍ਹਾਂ ਨੇ ਤੈਨੂੰ ਤਰੀਕਾ ਦੱਸਿਆ, ਜਿਨ੍ਹਾਂ ਦੇ ਨਾਲ ਮਿਲ ਕੇ ਤੂੰ ਧਿਆਇਆ। ਜਿੰਨੀ ਪ੍ਰਭ ਧਿਆਇਆ ਤਿੰਨੀ ਸੁਖ ਪਾਇਆ, ਵਡਭਾਗੀ ਦਰਸ਼ਨ ਪਾਈਐ। ਥੀਓ ਨਿਮਾਣਾ ਸਦ ਕੁਰਬਾਨਾ, ਸਗਲਾ ਆਪ ਮਟਾਈਐ। ਉਹ ਧਨ ਭਾਗ ਸੁਧਾ ਜਿੰਨੀ ਪ੍ਰਭ ਲੱਦਾ, ਹਮ ਤਿਸ ਪੈ ਆਪ ਵਿੱਚ ਆਇਆ। ਨਾਨਕ ਦੀਨ ਸਰਣ ਸੁਖ ਸਾਗਰ, ਰਾਖ ਲਾਜ ਅਪਨਾਇਆ। ਕਹਿੰਦੇ ਗੁਰਮੁਖਾਂ ਦੀ ਰੇਣ ਹੋਣਾ ਹੈ ਤੇ ਆਪਾ ਵੀ ਬਿਲਕੁਲ ਤੁਸੀਂ ਖਤਮ ਕਰਕੇ ਚੱਲਣਾ। ਥੀਓ ਨਿਮਾਣਾ ਸਦ ਕੁਰਬਾਨਾ, ਭਾਵ ਕਿ ਫਿਰ ਆਪ ਦੇ ਵਿੱਚ ਇੰਨਾ ਸਤੋ ਗੁਣ ਧਾਰਨ ਕਰ ਲੈਣਾ, ਜਿਹੜੀ ਆਪਾਂ ਵਿਚਾਰ ਕਰਦੇ ਹੁੰਨੇ ਆ ਨਾ ਜੀ। ਮਹਾਰਾਜ ਗੁਰਬਾਣੀ ਦੇ ਵਿੱਚ ਜੋ ਆਪਾਂ ਨੂੰ ਬਾਬਾ ਫਰੀਦ ਜੀ ਨੇ ਦੱਸਿਆ, ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦੇ ਹੋਏ ਨਤਾਣਾ, ਅਣਹੋਂਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਮਤ ਆ ਗਈ ਆ, ਕਿਹੜੀ ਮਤ ਜੀ? ਦੁਨਿਆਵੀ ਮਤ ਤਾਂ ਹੈਗੀ ਹੈ ਆਪਾਂ ਨੂੰ, ਚਲੋ ਦੁਨਿਆਵੀ ਕਿਸੇ ਨੂੰ ਥੋੜੀ ਹੋ ਸਕਦੀ ਹੈ, ਕਿਸੇ ਨੂੰ ਹਿੰਦੀ ਵਿੱਚ ਮਤ ਹੈ, ਕਿਸੇ ਨੂੰ ਪੰਜਾਬੀ ਚ ਮਤ ਹੈ, ਕਿਸੇ ਨੂੰ ਇੰਗਲਿਸ਼ ਵਿੱਚ, ਪਰ ਮਤ ਪ੍ਰਗਾਸ ਭਾਈ ਮਨ ਮਾਨਿਆ। ਜਿਹੜੀ ਅੰਦਰਲੀ ਮਤ ਆ ਗਈ, ਪਰ ਫਿਰ ਵੀ ਆਪਦੇ ਆਪ ਨੂੰ ਜਿਤਾਉਂਦੇ ਨਹੀਂ।
ਮਤ ਹੁੰਦੀ ਹੋਏ ਯਣ, ਤਾਣ ਹੁੰਦੇ ਹੋਏ ਨਤਾਣਾ। ਮਾਲਕ ਨੇ ਕਹਿ ਦਿੱਤਾ ਵੀ ਹਾਂਜੀ ਗੁਰਮੁਖ ਪਿਆਰਿਓ, ਤੁਹਾਡੇ ਤੇ ਕਿਰਪਾ ਹੈ, ਨਵ ਨਿਧ ਨਾਮ ਨਿਧਾਨ ਹੈ, ਤੁਹਾਡੇ ਕੋਲ ਜੋ ਕਹੋਗੇ ਮੈਂ ਪੂਰਨ ਕਰਾਂਗਾ। ਤਾਣ ਹੁੰਦੇ ਹੋਏ ਨਤਾਣਾ, ਨਤਾਣੇ ਰਹਿੰਦੇ, ਯੂਜ਼ ਨਹੀਂ ਕਰਦੇ, ਹੁੰਦੀ ਕਲਾ ਨਹੀਂ ਵਰਤਾਉਂਦੇ। ਅਣ ਹੁੰਦੇ ਆਪ ਵੰਡਾਏ, ਚਾਹੇ ਕੋਈ ਸੰਸਾਰ ਵਿੱਚ ਉਹਨਾਂ ਨੂੰ ਚੰਗਾ ਸਮਝਦਾ ਹੈ, ਚਾਹੇ ਲਾਹਾ ਲੈਣਾ ਚਾਹੁੰਦਾ, ਚਾਹੇ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਆਪ ਦੇ ਅੰਦਰੋਂ ਜਿਹੜੇ ਇੰਨੇ ਗੁੱਝੇ ਰਤਨ, ਜਿਨ੍ਹਾਂ ਨੂੰ ਦੁਨਿਆਵੀ ਜੀਵ ਕਰੋੜਾਂ ਸਾਲ ਲਾ ਲੈਣ ਤੇ ਪ੍ਰਾਪਤ ਨਹੀਂ ਕਰ ਸਕਦੇ, ਕਹਿੰਦੇ ਖੁੱਲਾ ਹੀ ਵਰਤਾ ਦਿੰਦੇ। ਅਣ ਹੁੰਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ, ਇਹੋ ਜਿਹੇ ਭਗਤ ਬਣੋ। ਸਾਨੂੰ ਰਤਨ ਵੰਡਣ ਤੋਂ ਰੋਕਿਆ ਨਹੀਂ, ਕਹਿੰਦੇ ਜਦੋਂ ਨਿਧਾਨ ਦਿੱਤਾ ਹੋਇਆ ਰਤਨ ਤਾਂ ਖੁੱਟਣ ਵੀ ਦੱਸਿਆ ਭਗਤੀ ਘਟਦੀ ਆ, ਰਤਨ ਘਟਦੇ ਆ, ਵੀ ਜੇ ਕੋਈ ਮਾੜੇ ਮੋਟੇ ਹੋਣ, 5-4 ਹੋਣ, ਨਿਧਾਨ ਦੇ ਦਿੱਤਾ, ਪਿੱਛੋਂ ਰਤਨ ਹੀ ਰਤਨ ਤੁਰੇ ਆਉਂਦੇ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਸਗੋਂ ਵਧਣਗੇ, ਵੱਧ ਹੋ ਜਾਈ। ਤੁਹਾਡੇ ਵਰਗੇ ਹੋਰ ਵੀ ਨਾਲ ਕਈ ਗੁਰਮੁਖ ਇਸ ਖਜ਼ਾਨੇ 'ਚ ਪੈ ਜਾਣਗੇ, ਰਲ ਮਿਲ ਕੇ। ਟਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ, ਅਖੁੱਟ ਸ਼ਬਦ ਦੇ ਦਿੱਤਾ ਪਿੱਛੋਂ। ਇੱਕ ਤਾਂ ਹੁੰਦਾ ਵਾਹਿਗੁਰੂ ਵਾਹਿਗੁਰੂ ਕਮਾਈ ਵਾਲਾ ਸ਼ਬਦ ਹੈ, ਵੀ 2 ਘੰਟਿਆਂ ਦੀ ਕਮਾਈ ਹੈ, 4 ਦੀ ਕਮਾਈ ਹੈ, ਅਖੁੱਟ ਸ਼ਬਦ ਮਿਲ ਗਿਆ। ਕਹਿੰਦੇ ਖਾ ਲੋ, ਖਰਚ ਲੋ, ਤੇ ਨਾਲ ਵੀ ਬੰਨ ਕੇ ਲੈ ਜਾਓਗੇ। ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ, ਲੱਦ ਕੇ ਸਾਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਖਜ਼ਾਨਾ ਦੇ ਦਿੰਦੇ, ਇੰਨਾ ਖੁੱਟ। ਇਹ ਧਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਦਿਖਾਤਾ। ਤੇ ਪਰ ਕਹਿੰਦੇ ਨਿਮਾਣੇ ਹੋ ਕੇ ਚੱਲਣਾ, ਕਿਉਂਕਿ ਮੈਂ ਕਹਿ ਦਿੱਤਾ ਮਾਣੇ ਮਾਣ ਨੂੰ ਵਰਤਣਾ ਨਹੀਂ, ਤਾਣੇ ਤਾਣ ਨੂੰ ਵਰਤਣਾ ਨਹੀਂ, ਅਣਹੋਂਦੇ ਆ ਵੰਡਾਏ ਕੋ ਐਸਾ ਭਗਤ ਸਦਾਏ, ਇੰਨੀ ਨਿਮਰਤਾ ਵਿੱਚ ਚੱਲਣਾ ਹੈ। ਫਿਰ ਉਹ ਕਲਾ ਨਹੀਂ ਵਰਤਾਉਂਦੇ। ਪਹਿਲੇ ਪਾਤਸ਼ਾਹ ਤੋਂ 10 ਪਾਤਸ਼ਾਹੀਆਂ ਕਲਾ ਨਹੀਂ ਵਰਤਾਈਆਂ, ਤੇ ਜੇ ਕਿਤੇ ਵਰਤਾਈ ਵੀ ਤੇ ਅਕਾਲ ਪੁਰਖ ਨੇ ਆਪ ਖੇਲ ਕਰਕੇ ਵਰਤਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਇਧਰ ਦਾ ਮਾਣ ਨਹੀਂ ਕਰਨਾ, ਆਪ ਦੇ ਆਪ ਨੂੰ ਸਹਿਜ ਵਿੱਚ ਰੱਖਣਾ ਆ। ਸੁਣ ਬਾਵਰੇ ਕਿਆ ਕੀਚੈ ਕੂੜਾ ਮਾਣੋ, ਸੁਣ ਬਾਵਰੇ ਹਬ ਵੈਸੀ ਗਰਭ ਗੁਮਾਣੋ, ਨਿਹਚਲ ਹਬ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਵਾਸਾ, ਜੀਵਤ ਮਰੀਐ ਭੌਜਲ ਤਰੀਐ, ਜੇ ਥੀਵੈ ਕਰਮ ਲਿਖਿਆ ਸਾ। ਗੁਰ ਸੇ ਬੀਜੈ ਅੰਮ੍ਰਿਤ ਪੀਜੈ, ਜਿਸ ਲਾਵੈ ਸਹਿਜ ਧਿਆਨੋ। ਜਦੋਂ ਗੁਰ ਕਹਿ ਦਿੱਤਾ, ਭਾਵ ਕਿ ਗੁਰਮੁਖਾਂ ਦੇ ਦੱਸੇ ਹੋਏ ਬਚਨਾਂ ਦੇ ਮੁਤਾਬਕ ਜਦੋਂ ਸਹਿਜ ਦੇ ਵਿੱਚ ਬੈਠੋਗੇ, ਗੁਰ ਸੇ ਬੀਜੈ ਅੰਮ੍ਰਿਤ ਪੀਜੈ, ਜਿਸ ਲਾਵੇ ਸਹਿਜ ਧਿਆਨੋ, ਸਹਿਜ ਵਿੱਚ ਧਿਆਨ ਲਾ ਕੇ ਬੈਠੋਗੇ, ਉਥੋਂ ਅੰਮ੍ਰਿਤ ਜਲ ਆਊਗਾ। ਨਾਨਕ ਸਰਣ ਪਿਆ ਹਰ ਦੁਆਰੇ, ਹੋਂ ਬਲ ਬਲ ਸਦ ਕੁਰਬਾਨੋ। ਕਹਿੰਦੇ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਮਿਲ ਕੇ ਸੱਚ ਦੇ ਦਰਬਾਰੇ ਮਿਲਦੇ ਨੇ, ਬਲ ਬਲ ਜਾਂਦੇ ਆ ਐਸੇ ਗੁਰਮੁਖ ਪਿਆਰੇ ਸੰਤ ਮਹਾਂਪੁਰਸ਼ਾਂ ਤੋਂ। ਉਹ ਕਿਹੜੇ ਸੰਤ ਮਹਾਂਪੁਰਸ਼ਾ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਬੈਠੇ ਆ ਵਡਹੰਸ, ਪਰਮ ਹੰਸ, ਜੋਤ ਹੰਸ, ਜਿਨ੍ਹਾਂ ਦੀ ਬਾਣੀ ਦੀ ਪੜ੍ਹ ਕੇ ਵਿਚਾਰ ਕਰਕੇ ਸਮਝ ਕੇ ਜਿਤਾ ਕੇ ਸੁਣਾ ਕੇ ਅਸੀਂ ਅੱਗੇ ਨਿਕਲ ਰਹੇ ਹਾਂ। ਗੁਰੂ ਨਾਨਕ ਦੇ ਵਾਰਸ ਬੈਠੇ ਆ। ਸੋ ਇਸੇ ਤਰੀਕੇ ਗੁਰਮੁਖ ਪਿਆਰਿਓ, ਜਿੰਨਾ ਆਪਾਂ ਲਾਹਾ ਲੈਣਾ ਹੈ ਉਹ ਆਪਾਂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ, ਇਹਨਾਂ ਦੀ ਵਿਚਾਰ ਕਰਕੇ, ਸੋ ਆਪਾਂ ਕਰੀਬਨ 1 ਘੰਟਾ ਸ਼ਬਦ ਦੀ ਵਿਚਾਰ ਕੀਤੀ ਹੈ। ਔਰ ਇਸੇ ਤਰੀਕੇ ਆਪਾਂ ਗੁਰਸ਼ਬਦ ਗੁਰਮੰਤਰ ਦਾ ਅਭਿਆਸ ਕਰਕੇ ਸਾਹਿਤ ਦੇ ਵਿੱਚ ਜਿੰਨੀ ਦੇਰ ਤੱਕ ਪ੍ਰੈਕਟੀਕਲ ਨਹੀਂ ਕਰਦੇ, ਜਿੰਨੀ ਦੇਰ ਤੱਕ ਆਪਾਂ ਅੰਤਰਗਤ ਬੈਠ ਕੇ ਆਪ ਦੀ ਖੋਜ ਨਹੀਂ ਕਰਦੇ, ਉਨੀ ਦੇਰ ਤੱਕ ਸਾਡਾ ਮਨ ਜਦੋਂ ਸਰੀਰ ਛੱਡੇਗਾ ਤੇ ਉਹ ਭਵਜਲ ਦੇ ਵਿੱਚ ਫਿਰ ਜਿਹੜਾ ਹੈ ਅੱਗੋਂ ਪਾਰ ਨਹੀਂ ਕਰ ਸਕੇਗਾ ਜੇ ਖੋਜ ਨਾ ਕਰਾਂਗੇ। ਜਦੋਂ ਇੱਧਰੋਂ ਖੋਜ ਕਰਕੇ ਪਰਪੱਕਤਾ ਆ ਜਾਏਗੀ ਤੇ ਫਿਰ ਅਸੀਂ ਇਹ ਸਰੀਰ ਛੱਡਾਂਗੇ, ਭਵਜਲ ਦੇ ਵਿੱਚ ਨਹੀਂ ਮਨ ਡੁੱਬੇਗਾ। ਤੇ ਰਲ ਮਿਲ ਕੇ ਇਹ ਲਾਹਾ ਬੜੇ ਥੋੜੇ ਸਮੇਂ ਲਈ ਚੱਲਦਾ ਹੈ। ਦੁਨਿਆਵੀ ਤੌਰ ਤੇ ਜਪ ਤਪ, ਦੁਨਿਆਵੀ ਮੰਤਰ ਤੰਤਰ, ਦੁਨਿਆਵੀ ਜਿਹੜਾ ਹੈ ਗਿਆਨ, ਉਹ ਤਾਂ ਚੱਲਦਾ ਹੀ ਰਹਿੰਦਾ ਹੈ, ਪਰ ਐਸਾ ਸਮਾਂ ਵਿਰਲਾ ਆਉਂਦਾ ਜਿਹਦੇ ਵਿੱਚ ਦੁਨਿਆਵੀ ਜਪ ਤਪ ਗੁਰਮੰਤਰ ਦੇ ਨਾਲ ਅੰਦਰਲੇ ਧਿਆਨ ਦੇ ਵਿੱਚ ਲਿਜਾ ਕੇ ਵੀ ਪ੍ਰਗਾਸ ਕਰ ਦਿੱਤਾ ਜਾਂਦਾ, ਜੋ ਗੁਰਬਾਣੀ ਗੁਰੂ ਕਰਦੇ ਪਏ ਆ। ਉਹ ਸ਼ੁਭ ਦਿਵਸ ਹੁੰਦੇ ਆ, ਸ਼ੁਭ ਸਮਾਂ ਹੁੰਦਾ ਜਿਹਨੂੰ ਕਹਿੰਦੇ ਨੇ ਸ਼ੁਭ ਦਿਵਸ ਆਏ। ਸ਼ੁਭ ਦਿਵਸ ਆਏ ਗਏ ਕੰਠ ਲਾਏ, ਮਿਲੇ ਅੰਤਰ ਜਾਮੀਆਂ, ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ,
ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ। ਸ਼ੁਭ ਦਿਵਸ ਆਉਂਦੇ ਆ ਜਦੋਂ ਮਾਲਕ ਇਸ ਤਰ੍ਹਾਂ ਆਪਦੇ ਕੰਠ ਨਾਲ ਲਾਉਂਦੇ ਆ, ਸਤ ਸੰਤੋਖ ਵਜੈ ਵਾਜੇ। ਜਦੋਂ ਸਤ ਤੇ ਸੰਤੋਖ ਨੂੰ ਮਨ ਧਾਰਨ ਕਰਦਾ ਹੈ, ਸਹਿਜ ਵਿੱਚ ਬੈਠਦਾ ਹੈ, ਤ੍ਰਿਸ਼ਨਾ ਤੋਂ ਉੱਪਰ ਉੱਠਦਾ, ਫਿਰ ਕਹਿੰਦੇ ਵਜੈ ਵਾਜੇ ਅਨਹਦਾ ਚੁਣਕਾਰੇ। ਚੁਣਕਾਰ ਪੈਂਦੀ ਅਨਹਦ ਸ਼ਬਦਾਂ ਦੀ। ਸੁਣ ਭੈ ਬਿਨਾਸੇ, ਉਹਨਾਂ ਨੂੰ ਸੁਣ ਸੁਣ ਕੇ ਮਨ ਦੇ ਭੈ ਖਤਮ ਹੋ ਜਾਂਦੇ ਆ। ਸੁਣ ਭੈ ਬਿਨਾਸੇ ਸਗਲ ਨਾਨਕ, ਸਾਰੇ ਭੈ ਖਤਮ ਹੋ ਜਾਂਦੇ ਆ। ਪ੍ਰਭ ਪੁਰਖ ਕਰਨੇ ਹਾਰੇ। ਸੋ ਇਹੀ ਬੇਨਤੀਆਂ ਜੋਦੜੀਆਂ ਨੇ। ਸਾਰੇ ਗੁਰਮੁਖਾਂ ਨੇ ਤੁਸੀਂ ਅਭਿਆਸ ਕਰਨਾ ਹੈ, ਸ਼ਬਦ ਦਾ ਅਭਿਆਸ ਕਰਨਾ ਹੈ, ਨਾਮ ਨਿਧਾਨ ਦੇ ਨਾਲ ਜੁੜਨਾ ਹੈ। ਸੋ ਇੰਨੇ ਬਚਨ ਕਰਦੇ ਹਾਂ। ਕੋਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣ ਜੋ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।